ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰ ਉਦਾਸ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਤਾਤ ਪਛਾਨਤ ਭੇਦ ਲਖੈ ਨਹਿ ਦੁਖਤ ਮੋਹਿ ਕਰੈ ਬਿਨ ਜਾਨੀ। दास लखै तेह को मन मैं तेहूँ लोकन के पत जो गत दानी। हो तरे दामम रंज सुने बच फेर करो नह ऐस बखानी। तोहे रहो समझाए सब बिद एक पी बात नहीं मन मानी। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु का खास रूप गुरु खालसा साध संगत जियो। जगत गुरु धन धन श्री गुरु तेग बहादुर साहब जी महाराज जी दे पावन पवित्र इतिहासक स्थान गुरुद्वारा श्री दुख निवारण साहब जी दे पावन पवित्र दरबार अंदर जगत गुरु हाजर गुरु श्री गुरु ग्रंथ साहब जी महाराज जी दी पवित्र हजूरी च हाजरियां भर के नेता प्रति गुरु चरणों च जुड़ के सतगुरु गुरु नानक साहब जी दी जन्म साखी दी चल रही लड़ीवार कथा बहुत ही अदब सत्कार श्रद्धा सहित आप जी सरवण कर रहे हो। धन गुरु नानक देव साहब सच्चे पातशाह जी महाराज जी की शादी का विआह का उत्सव चल रहा है। सुल्तानपुर साहब तो सदा आया है कि चिट्ठी आ गई है विआह की। बाबा मूलचंद साहब जी ने साहे की चिट्ठी लिख भेजी है। पिता जी ने
ਨਨਕਾਣਾ ਸਾਹਿਬ ਦੀ ਧਰਤੀ ਤੇ ਤਿਆਰੀਆਂ ਕੀਤੀਆਂ ਨੇ। ਵਿਆਹ ਦੀਆਂ ਸਾਰੀਆਂ ਤਿਆਰੀਆਂ ਸਮੱਗਰੀਆਂ ਇਕੱਤਰ ਕਰਕੇ ਗੱਡਿਆਂ ਤੇ ਲੱਦ ਲਈਆਂ। ਸੁਲਤਾਨਪੁਰ ਸਾਹਿਬ ਜਾਣ ਤੋਂ ਪਹਿਲਾਂ ਰਾਏ ਬੁਲਾਰ ਨੂੰ ਪਿਤਾ ਜੀ ਮਿਲਣ ਵਾਸਤੇ ਪੁੱਜੇ ਨੇ। ਰਾਏ ਬੁਲਾਰ ਨੂੰ ਜਾ ਕੇ ਆਖਿਆ, ਰਾਏ ਬੁਲਾਰ ਜੀ ਵਧਾਈ ਹੋਵੇ, ਤੁਹਾਡੇ ਦਾਸ ਦੀ ਸਗਾਈ ਹੋ ਚੁੱਕੀ ਸੀ, ਵਿਆਹ ਦੀ ਤਰੀਕ ਮਿੱਥ ਦਿੱਤੀ ਹੈ, ਚਲੋ ਆਪਣੇ ਦਾਸ ਦੇ ਵਿਆਹ ਦੇ ਸਮਾਗਮ ਵਿੱਚ ਸ਼ਮੂਲੀਅਤ ਕਰੋ। ਜਦੋਂ ਇਹ ਗੱਲ ਰਾਏ ਜੀ ਨੇ ਸੁਣੀ, ਕਿਉਂਕਿ ਇੱਕ ਵਾਰ ਪਹਿਲਾਂ ਵੀ ਪਿਤਾ ਜੀ ਨੇ ਸਤਿਗੁਰਾਂ ਨੂੰ ਰਾਏ ਬੁਲਾਰ ਦਾ ਦਾਸ ਕਿਹਾ ਸੀ ਤੇ ਰਾਏ ਬੁਲਾਰ ਨੇ ਵਰਜਿਆ ਸੀ। ਇਹ ਕਿਉਂ ਕਿਹਾ? ਉਹ ਮੇਰੇ ਮਾਲਕ ਨੇ, ਸੁਆਮੀ ਨੇ। ਪਰ ਜਿਵੇਂ ਪਿਤਾ ਜੀ ਦੇ ਮੂੰਹ ਤੇ ਚੜਿਆ ਹੋਇਆ ਸੀ, ਉਹਦੇ ਮੁਤਾਬਕ ਉਹਨਾਂ ਨੇ ਫੇਰ ਇਹ ਸ਼ਬਦ ਵਰਤਿਆ। ਸੁਣ ਕੇ ਰਾਏ ਬੁਲਾਰ ਜੀ ਨੇ ਰੋਸ ਪ੍ਰਗਟ ਕੀਤਾ ਹੈ। ਰੋਸ ਵਿੱਚ ਪਿਤਾ ਮਹਿਤਾ ਕਾਲੂ ਜੀ ਨੂੰ ਕੁਝ ਕਹਿ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਦੇ ਸਮਾਗਮ ਦੀ ਕਥਾ ਹੈ, ਖੁਸ਼ੀਆਂ ਦੀ ਕਥਾ ਹੈ, ਖੇੜਿਆਂ ਦੀ ਕਥਾ ਹੈ, ਆਨੰਦ ਦੀ ਕਥਾ ਹੈ। ਸਰਵਣ ਕਰੀਏ ਤੇ ਗੁਰੂ ਚਰਨਾਂ ਚ ਰਜੋਈ ਕਰੀਏ। ਮਹਾਰਾਜ ਸਾਡੇ ਹਿਰਦਿਆਂ ਚ ਆਨੰਦ ਵਰਤਾਓ, ਖੇੜਾ ਵਰਤਾਓ, ਵਿਗਾਸ ਸਾਡੇ ਹਿਰਦਿਆਂ ਚ ਪੈਦਾ ਕਰੋ। ਗੁਰੂ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਨੂੰ ਜੋੜਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਤਾਤ ਪਛਾਨਤ ਭੇਦ ਲਖਨ ਹੈ। ਕਹਿਣ ਲੱਗੇ ਰਾਏ ਬੁਲਾਰ ਜੀ, ਪਟਵਾਰੀ ਜੀ, ਤੁਸੀਂ ਨਾਨਕ ਨੂੰ ਆਪਣਾ ਪੁੱਤਰ ਪਛਾਣਦੇ ਹੋ। ਤੁਸੀਂ ਸਮਝਦੇ ਹੋ ਵੀ ਉਹ ਤੁਹਾਡੇ ਸਾਹਿਬਜ਼ਾਦੇ ਨੇ, ਤੁਹਾਡੇ ਪੁੱਤਰ ਹਨ, ਪਰ ਤੁਸੀਂ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ। ਦੁਖਤ ਮੋਹਿ ਕਰ ਬਿਨ ਜਾਨੀ। ਬਿਨਾਂ ਜਾਣਿਆ ਅਣਜਾਣ ਪੁਣੇ ਵਿੱਚ ਤੁਸੀਂ ਮੈਨੂੰ ਦੋਸ਼ਿਤ ਕਰਦੇ ਹੋ, ਦੁਖਤ ਕਰਦੇ ਹੋ। ਇਹ ਗੱਲ ਕਹਿ ਕੇ ਜੋ ਤੁਸੀਂ ਕਹੀ ਹੈ ਕਿ ਨਾਨਕ ਤੁਹਾਡਾ ਦਾਸ ਹੈ, ਇਹ ਗੱਲ ਕਹਿ ਕੇ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਹੋ, ਮੈਨੂੰ ਦੂਸ਼ਿਤ ਕਰਦੇ ਹੋ। ਦਾਸ ਲਖੈ ਤੇਹ ਕੋ ਮਨ ਮੈਂ ਆਪਣੇ ਆਪ ਨੂੰ ਉਹਨਾਂ ਦਾ ਦਾਸ ਸਮਝਦਾ। ਮੈਂ ਗੁਰੂ ਨਾਨਕ ਸਾਹਿਬ ਦਾ ਸੇਵਕ ਹਾਂ, ਉਹਨਾਂ ਦੇ ਚਰਨਾਂ ਦਾ ਦਾਸ ਹਾਂ। ਤੇਹੂ ਲੋਕਨ ਕੋ ਪਤ ਜੋਗਤ ਦਾਨੀ। ਉਹ ਤਾਂ ਤਿੰਨਾਂ ਲੋਕਾਂ ਦੇ ਪਤੀ ਨੇ ਤੇ ਮੁਕਤੀ ਦੇਣ ਵਾਲੇ, ਮੁਕਤੀ ਦੇ ਦਾਤੇ ਨੇ। ਮੈਂ ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਦਾ ਦਾਸ ਜਾਣਦਾ ਹਾਂ। ਹੋ ਤਰੇ ਦਾ ਮਮ ਰੰਜ ਸੁਨੇ। ਕਹਿੰਦੇ ਜਿਹੜੀਆਂ ਗੱਲਾਂ ਤੂੰ ਕਹੀਆਂ ਨੇ ਨਾ ਪਟਵਾਰੀ, ਕਿ ਨਾਨਕ ਦਾਸ, ਤੁਹਾਡਾ ਦਾਸ, ਇਹ ਸੁਣ ਕੇ ਮੇਰਾ ਮਨ ਬਲੁੰਦਰਿਆ ਗਿਆ, ਇਹ ਸੁਣ ਕੇ ਮੇਰਾ ਹਿਰਦਾ ਰੰਜ ਹੋ ਗਿਆ। ਬਚ ਫੇਰ ਕਰੋ ਨਹਿ ਐਸ ਬਖਾਨੀ। ਅੱਜ ਇਹ ਬਚਨ ਤੁਸੀਂ ਕਹਿ ਲਿਆ ਪਟਵਾਰੀ ਸਾਹਿਬ, ਅੱਜ ਤੋਂ ਬਾਅਦ ਮੁੜ ਕੇ ਕਦੇ ਗੱਲ ਆਪਣੇ ਮੂੰਹੋਂ ਨਾ ਆਖੀ। ਦੁਬਾਰਾ ਅੱਜ ਤੋਂ ਬਾਅਦ ਇਹ ਸ਼ਬਦ ਆਪਣੇ ਮੂੰਹੋਂ ਨਾ ਕਹੀਂ। ਤੋਹੇ ਰਹਿਓ ਸਮਝਾਏ ਸਭੈ ਬਿਦ। ਮੈਂ ਤੈਨੂੰ ਪਹਿਲਾਂ ਵੀ ਸਮਝਾਇਆ, ਹੁਣ ਵੀ ਸਮਝਾ ਰਿਹਾ। ਏਕ ਭੀ ਬਾਤ ਨਹੀਂ ਮਨ ਮਾਨੀ। ਮੇਰੇ ਲੱਖ ਵੇਰੀ ਸਮਝਾਉਣ ਦੇ ਬਾਵਜੂਦ ਵੀ ਤੂੰ ਆਪਣੇ ਮਨ 'ਚ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਪਹਿਲਾਂ ਵੀ ਸਮਝਾਉਂਦਾ ਰਿਹਾ, ਕਈ ਵਾਰ ਸਮਝਾ ਹਟਿਆ, ਪਰ ਹੇ ਪਟਵਾਰੀ, ਤੂੰ ਮੇਰੀ ਇੱਕ ਵੀ ਗੱਲ ਆਪਣੇ ਹਿਰਦੇ 'ਚ ਨਹੀਂ ਮੰਨੀ। ਮੈਂ ਜਿੰਨਾ ਵੀ ਸਮਝਾਇਆ, ਤੂੰ ਸਮਝ ਕੇ ਫਿਰ ਵੀ ਅਣਸੁਣੀ ਕਰ ਦਿੱਤਾ। ਕਾਲੂ ਬਖਾਨਤ ਰਾਏ ਸੁਨੋ। ਇਹ ਸੁਣ ਕੇ ਅੱਗੋਂ ਫਿਰ ਪਿਤਾ ਜੀ ਬੋਲੇ, ਕਹਿਣ ਲੱਗੇ ਰਾਏ ਬੁਲਾਰ ਜੀ ਸੁਣੋ। ਤੁਮੈ ਈਸ਼ਵਰ ਕੇ ਸਮਝਾਨਤ ਹੋ। ਮੈਂ ਤੁਹਾਨੂੰ ਇਸ ਨਗਰ ਦਾ ਈਸ਼ਵਰ ਸਮਝਦਾ ਵੀ ਤੁਸੀਂ ਇਸ ਨਗਰ ਦੇ ਰਾਜੇ ਹੋ, ਤੇ ਮੈਂ ਤੁਹਾਨੂੰ ਈਸ਼ਵਰ ਰੂਪ ਕਰਕੇ ਵੇਖਦਾ। ਪਿਤਾ ਜੀ ਕਹਿੰਦੇ ਜਿਹੜਾ ਰਾਜਾ ਹੁੰਦਾ ਹੈ ਨਗਰ ਦਾ, ਉਹ ਈਸ਼ਵਰ ਹੀ ਹੁੰਦਾ, ਮਾਲਕ ਹੀ ਹੁੰਦਾ ਨਗਰ ਦਾ।
ਮੈਂ ਤੁਹਾਨੂੰ ਇਸ ਨਗਰ ਦਾ ਈਸ਼ਵਰ ਰੂਪ ਕਰਕੇ ਵੇਖਦਾ। ਬੈਸ ਵੱਡੀ ਪੁਰ ਕੇ ਪਤ ਰਾਵਰ। ਫਿਰ ਤੁਹਾਡੀ ਉਮਰ ਵੱਡੀ ਹੈ, ਤੁਸੀਂ ਬਜ਼ੁਰਗ ਹੋ, ਫਿਰ ਇਸ ਨਗਰ ਦੇ ਰਾਜੇ ਹੋ। ਆਦਰ ਮਾਨ ਪਛਾਨਤ ਹੋ। ਮੈਂ ਤੁਹਾਡਾ ਆਦਰ ਕਰਦਾ, ਤੁਹਾਡਾ ਮਾਣ ਪਛਾਣਦਿਆਂ ਹੋਇਆਂ ਇਹ ਸ਼ਬਦ ਵਰਤੇ ਹਨ। ਆਦਰ ਔਰਨ ਬਾਤਨ ਕੋ। ਇਹ ਸੁਣ ਕੇ ਰਾਏ ਬੁਲਾਰ ਜੀ ਫਿਰ ਬੋਲੇ, ਕਹਿੰਦੇ ਮਹਿਤਾ ਜੀ ਆਦਰ ਹੋਰ ਗੱਲਾਂ ਦਾ ਹੁੰਦਾ, ਹੋਰ ਗੱਲਾਂ ਕਰਕੇ ਜਿਹੜਾ ਆਦਰ ਹੈ ਉਹ ਹੁੰਦਾ। ਸੁਨ ਕਾਲੂ ਮੈਂ ਹੀ ਨਤ ਮਾਨਤ ਹੋ। ਪਰ ਆਹ ਗੱਲ ਕਹਿਣ ਨਾਲ ਮੈਂ ਆਪਣੀ ਹਾਨੀ ਪਹਿਚਾਣਦਾ ਵੀ ਇਹ ਮੇਰਾ ਆਦਰ ਨਹੀਂ, ਤੂੰ ਨਿਰਾਦਰ ਕੀਤਾ ਕਹਿ ਕੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਿਤਾ ਜੀ ਕਹਿੰਦੇ, ਰਾਏ ਬੁਲਾਰ ਜੀ ਕਹਿੰਦੇ ਮਹਿਤਾ ਜੀ ਆਦਰ ਹੋਰ ਗੱਲਾਂ ਕਰਕੇ ਮੈਂ ਮੰਨਦਾ, ਪਰ ਆ ਜਿਹੜਾ ਤੁਸੀਂ ਸ਼ਬਦ ਕਿਹਾ ਨਾ ਦਾਸ ਵਾਲਾ, ਇਹ ਸੁਣ ਕੇ ਮੈਂ ਆਪਣਾ ਅਪਮਾਨ ਸਮਝਦਾ। ਮੈਂ ਤਾਂ ਇਹਦੇ ਵਿੱਚ ਸਨਮਾਨ ਸਮਝਦਾ ਆਪਣਾ ਕਿ ਜਦੋਂ ਤੁਸੀਂ ਇਹ ਆ ਕੇ ਆਖੋ ਕਿ ਰਾਏ ਬੁਲਾਰ ਜੀ ਤੁਹਾਡੇ ਸਵਾਮੀ ਦੀ ਸ਼ਾਦੀ ਹੈ, ਤੁਹਾਡੇ ਮਾਲਕ ਦਾ ਵਿਆਹ ਹੈ, ਇਹ ਸੁਣ ਕੇ ਮੈਂ ਮੰਨਾਂਗਾ ਵੀ ਮੇਰਾ ਸਨਮਾਨ ਹੈ। ਪਰ ਜਿਹੜਾ ਤੁਸੀਂ ਦਾਸ ਸ਼ਬਦ ਵਰਤਿਆ ਗੁਰੂ ਸਾਹਿਬ ਬਾਬਤ, ਮੇਰੇ ਦਾਸ ਕਹਿ ਕੇ ਵੀ ਰਾਏ ਜੀ ਤੁਹਾਡੇ ਦਾਸ ਨੇ, ਇਹਦੇ ਵਿੱਚ ਮੈਂ ਆਪਣੀ ਹਾਨੀ ਸਮਝਦਾ। ਇਹਦੇ ਵਿੱਚ ਮੈਂ ਸਮਝਦਾ ਕਿ ਤੁਸੀਂ ਮੇਰਾ ਨਿਰਾਦਰ ਕੀਤਾ ਹੈ। ਸੀਸ ਕਿਰੀਟ ਸੁਹਾਵਤ ਹੈ। ਉਹ ਤਾਂ ਮੇਰੇ ਸੀਸ ਦੇ ਉੱਤੇ ਜਿਹੜਾ ਮੁਕਟ ਹੈ ਉਸ ਮੁਕਟ ਵਿੱਚ ਸ਼ੋਭਦੇ ਹਨ। ਪੱਗ ਪਾਵਤ ਮੁੱਢ ਮੈਂ ਠਾਨਤ ਹੋ। ਤੇ ਜਿਹੜਾ ਸੀਸ ਦੇ ਉੱਤੇ ਸਜਾਉਣ ਵਾਲਾ ਹੀਰਾ ਹੋਵੇ ਉਹਨੂੰ ਕੋਈ ਪੈਰਾਂ ਦੇ ਵਿੱਚ ਜਾ ਕੇ ਮੱਥਾ ਟੇਕੇ ਪੈਰਾਂ 'ਚ ਧਰੇ, ਕਹਿੰਦੇ ਉਹਨੂੰ ਮੂਰਖ ਹੀ ਕਿਹਾ ਜਾਂਦਾ। ਕਿ ਸੀਸ ਉੱਤੇ ਜਿਨ੍ਹਾਂ ਦਾ ਸਨਮਾਨ ਕੀਤਿਆਂ ਬਣਦਾ ਹੈ ਕਿ ਉਹਨਾਂ ਨੂੰ ਸੀਸ ਤੇ ਰੱਖਿਆ ਜਾਏ, ਉਹਨਾਂ ਨੂੰ ਪੈਰਾਂ ਵਿੱਚ ਲਿਆ ਕੇ ਪਾਵਣਾ, ਇਹ ਤਾਂ ਵੱਡੀ ਮੂਰਖਤਾ ਹੀ ਹੁੰਦੀ ਹੈ ਮਹਿਤਾ ਜੀ। ਦੋਹਰਾ ਅਬ ਕੋ ਕਹਿਬੋ ਬਖਸ਼ਿਓ ਬਹੁਰ ਨ ਕਰੋ ਉਚਾਰ। ਪਿਤਾ ਮਹਿਤਾ ਕਾਲੂ ਜੀ ਨੇ ਹੱਥ ਜੋੜੇ ਤੇ ਕਹਿੰਦੇ ਰਾਏ ਜੀ ਇਸ ਵਾਰ ਮੇਰਾ ਇਹ ਕਹਿਣਾ ਬਖਸ਼ ਲਓ, ਜੇ ਮੈਂ ਕਹਿ ਬੈਠਾ ਮੇਰੇ ਕੋਲੋਂ ਗਲਤੀ ਹੋ ਗਈ ਹੈ। ਮੈਂ ਅੱਗੇ ਤੋਂ ਕਦੇ ਸ਼ਬਦ ਨਹੀਂ ਵਰਤਾਂਗਾ, ਅੱਗੇ ਤੋਂ ਕਦੇ ਆਪਣੇ ਮੂੰਹੋਂ ਇਹ ਗੱਲ ਨਹੀਂ ਕਹਾਂਗਾ। ਵਿਸਰ ਜਾਤ ਮਮ ਹਿਰਦੈ ਤੇ ਰਾਖੋ ਅਬੈ ਸੰਭਾਰ। ਤੁਸੀਂ ਇਹ ਗੱਲ ਮੈਨੂੰ ਪਹਿਲੋਂ ਵੀ ਕਹੀ ਸੀ ਪਰ ਮੇਰੇ ਹਿਰਦੇ ਚੋਂ ਵਿਸਰ ਗਈ ਸੀ। ਹੁਣ ਮੈਂ ਇਸ ਗੱਲ ਨੂੰ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਾਂਗਾ, ਯਾਦ ਰੱਖਾਂਗਾ। ਅੱਜ ਤੋਂ ਬਾਅਦ ਮੁੜ ਕੇ ਮੈਂ ਇਹ ਸ਼ਬਦ ਨਹੀਂ ਦੁਹਰਾਵਾਂਗਾ। ਸੋਰਠਾ ਹਾਂ ਬਖਸ਼ਨ ਕੋ ਕੌਣ ਬਖਸ਼ਨ ਉਚਿਤ ਸੋ ਬਖਸ਼ਈ। ਰਾਏ ਬੁਲਾਰ ਜੀ ਫਿਰ ਅੱਗੋਂ ਨਿਮਰਤਾ ਪ੍ਰਗਟ ਕਰਦੇ, ਕਹਿੰਦੇ ਮਹਿਤਾ ਜੀ ਮੈਂ ਕੀ ਚੀਜ਼ ਆ ਬਖਸ਼ਣ ਵਾਲਾ, ਮੈਂ ਕੌਣ ਹੁੰਨਾ ਬਖਸ਼ਣ ਵਾਲਾ? ਜਿਹੜੇ ਬਖਸ਼ਣਹਾਰ ਨੇ ਉਹ ਆਪੇ ਬਖਸ਼ਣਗੇ। ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਹੈ। ਮੈਂ ਕੌਣ ਆ ਬਖਸ਼ਣ ਵਾਲਾ? ਜਿਹੜੇ ਬਖਸ਼ਣਹਾਰ ਨੇ ਉਹ ਬਖਸ਼ਣਗੇ। ਸੁਤ ਨਾਨਕ ਤੁਝ ਭਾਨ ਬਿਨ ਬਖਸ਼ਨ ਬਖਸ਼ੇ ਸਦਾ। ਜਿਹੜੇ ਸਾਹਿਬਜ਼ਾਦੇ ਨੇ ਨਾ ਤੁਹਾਡੇ ਘਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਮਲ ਨੈਣ ਜੀ, ਉਹ ਤਾਂ ਉਹਨਾਂ ਨੂੰ ਵੀ ਬਖਸ਼ ਲੈਂਦੇ ਆ ਜਿਨ੍ਹਾਂ ਨੂੰ ਕੋਈ ਨਹੀਂ ਬਖਸ਼ਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਬਿਨਾਂ ਬਖਸ਼ੇ ਜਿਨ੍ਹਾਂ ਨੂੰ ਕੋਈ ਨਹੀਂ ਬਖਸ਼ਦਾ ਨਾ, ਉਹ ਉਹਨਾਂ ਨੂੰ ਵੀ ਬਖਸ਼ ਲੈਂਦੇ ਆ। ਏਡੇ ਵੱਡੇ ਬਖਸ਼ੰਦ ਨੇ ਤੇ ਉਹ ਤੁਹਾਡੇ ਘਰ ਵਿੱਚ ਤੁਹਾਡੇ ਪੁੱਤਰ ਬਣ ਕੇ ਰਹਿ ਰਹੇ ਨੇ। ਐਸੇ ਨੇ ਮੇਰੇ ਸਵਾਮੀ ਕਮਲ ਨੈਣ ਜੀ। ਸਵਈਆ ਜਾਹੋ ਅਬੈ ਹਮਰੀ ਦੇਸ਼ ਤੇ ਕ੍ਰਿਤ। ਜਾਓ ਮਹਿਤਾ ਜੀ ਹੁਣ ਮੇਰੇ ਵੱਲੋਂ ਜਾ ਕੇ ਜਿੰਨੀ ਮੇਰੀ ਜ਼ਿੰਮੇਵਾਰੀ ਹੈ ਉੱਥੇ ਵਿਆਹ ਵਿੱਚ ਜੋ ਮੈਂ ਕਰ ਸਕਦਾ ਉਹ ਸਾਰਾ ਕੁਝ ਤੁਸੀਂ ਕਰਨਾ ਹੈ। ਬੰਦਗੀ ਨਾਨਕ ਚੰਦ ਅਗਾਰੀ। ਔਰ ਉਹਨਾਂ ਦੇ ਚਰਨਾਂ ਵਿੱਚ ਮੇਰੇ ਵੱਲੋਂ ਬੰਦਗੀ ਕਰਨੀ ਹੈ। ਉਹਨਾਂ ਦੇ ਚਰਨਾਂ ਵਿੱਚ ਮੇਰੇ ਵੱਲੋਂ ਪ੍ਰਣਾਮ ਤੇ ਨਮਸਕਾਰ ਕਰਨੀ ਹੈ। ਹਾਸਲ ਹੋਏ ਮੁਰਾਦ ਤੁਮਾਰ। ਔਰ ਤੁਹਾਡੀ ਮੁਰਾਦ ਹਾਸਲ ਹੋਵੇ, ਜੋ ਤੁਸੀਂ ਕਰਨ ਜਾ ਰਹੇ ਹੋ ਇਹਦੇ ਵਿੱਚ ਤੁਸੀਂ ਸਫਲ ਹੋਵੋ। ਖੁਦਾਏ ਕਰੈ ਸਭ ਕਾਰ ਸਵਾਰੀ। ਇਹ ਸਾਰੇ ਕਾਰਜ ਗੁਰੂ ਸਾਹਿਬ ਜੀ ਦੇ ਵਿਆਹ ਦੇ ਖੁਦਾ ਜੀ ਕਰਨਗੇ।
ਅੱਲਾਹ ਤਾਲਾ ਜੀ ਕਰਨਗੇ। ਸ਼ੂਮਤਾ ਖੋਏ ਉਦਾਰਤਾ ਧਾਰ। ਹਾਂ ਪਟਵਾਰੀ ਜੀ ਇੱਕ ਗੱਲ ਯਾਦ ਰੱਖਿਓ, ਕੰਜੂਸੀ ਨਾ ਵਰਤਿਓ ਉੱਥੇ, ਕਿ ਉੱਥੇ ਜਾ ਕੇ ਕੰਜੂਸੀ ਨਾ ਵਰਤਿਓ, ਉਦਾਰਤਾ ਰੱਖਿਓ, ਖੁੱਲ ਦਿਲੀ ਦੇ ਨਾਲ ਜਾ ਕੇ ਉੱਥੇ ਵਿਆਹ ਦੇ ਵਿੱਚ ਖਰਚ ਕਰਿਓ। ਕਰੋ ਉਪ ਵਿਆਹ ਸੋ ਕੀਰਤਕਾਰੀ। ਔਰ ਕੀਰਤਕਾਰੀ ਵਿਆਹ ਕਰਨਾ ਵੀ ਸਾਰੇ ਸੰਸਾਰ ਵਿੱਚ ਕੀਰਤੀ ਹੋਵੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਇਆ। ਇਹੋ ਜਿਹਾ ਕੀਰਤੀਕਾਰੀ ਕਾਰਜ ਕਰੋ। ਮੋਹੇ ਨਿਕੇਤ ਤੇ ਚਾਹੇ ਸੋ ਲੇਵਹੁ। ਜੋ ਜੋ ਚਾਹੀਦਾ ਮੇਰੇ ਘਰੋਂ ਲੈ ਜਾਓ, ਕਿਉਂਕਿ ਜੋ ਮੇਰੇ ਘਰ ਵਿੱਚ ਹੈ ਉਹ ਸਭ ਕੁਝ ਗੁਰੂ ਨਾਨਕ ਸਾਹਿਬ ਦਾ ਹੈ। ਜੋ ਚਾਹੀਦਾ, ਹਾਥੀ ਚਾਹੀਦੇ ਨੇ, ਗੜਵੈਲਾਂ ਚਾਹੀਦੀਆਂ ਨੇ, ਜੋ ਜੋ ਵੀ ਚਾਹੀਦਾ ਹੈ ਉਹ ਮੇਰੇ ਘਰੋਂ ਲੈ ਜਾਓ। ਹੈ ਸੇਵਕਾ ਰਥ ਔ ਤਨ ਭਾਰੀ। ਪਾਲਕੀਆਂ ਹਨ, ਰਥਾਂ ਹਨ, ਧਨ ਚਾਹੀਦਾ, ਧਨ ਜਿੰਨਾ ਤੁਸੀਂ ਲੈ ਕੇ ਜਾ ਸਕਦੇ ਹੋ, ਜਿੰਨਾ ਖਜ਼ਾਨੇ 'ਚ ਪਿਆ ਉਹ ਵੀ ਤੁਸੀਂ ਲੈ ਜਾਓ। ਲੀਲੇ ਤੋ ਰੰਗਮ ਭੂਖਨ ਸੰਜੁਤ। ਔਰ ਸੋਹਣੇ ਘੋੜੇ ਲੈ ਜਾਓ, ਘੋੜਿਆਂ ਨੂੰ ਸ਼ਿੰਗਾਰ ਕੇ ਲੈ ਕੇ ਜਾਇਓ। ਪਟਵਾਰੀ ਸਾਹਿਬ ਉੱਤੇ ਜਿਹੜੀਆਂ ਚੰਗੀਆਂ ਕਾਠੀਆਂ ਪਾਈਆਂ ਹੋਣ, ਘੋੜਿਆਂ ਦੇ ਉੱਤੇ ਸੋਹਣੇ ਆਭੂਸ਼ਣ ਪਾਏ ਹੋਣ, ਸੁੰਦਰ ਜ਼ੀਨ ਜਿਨੈ ਛਬ ਛਾਈ। ਜਿਨ੍ਹਾਂ ਤੇ ਸੋਹਣੀਆਂ ਕਾਠੀਆਂ ਦੀ ਛਵੀ ਹੋਵੇ, ਸੋਹਣੇ ਉੱਤੇ ਦੁਸ਼ਾਲੇ ਹੋਣ, ਉਹ ਘੋੜੇ ਮੇਰੇ ਕੋਲੋਂ ਲੈ ਜਾਓ। ਸਿਅੰਦਨ ਔ ਸਕਟੇ ਸ਼ੁਭ ਸਾਜ ਕੈ। ਰਥਾਂ ਲੈ ਜਾਇਓ, ਗੱਡੇ ਚੰਗੀ ਤਰ੍ਹਾਂ ਸ਼ਿੰਗਾਰ ਕੇ ਲੈ ਕੇ ਜਾਇਓ। ਤੰਬੂ ਕਨਾਤ ਲਏ ਸਮੁਦਾਈ। ਫਿਰ ਤੁਹਾਨੂੰ ਰਸਤੇ 'ਚ ਤੰਬੂ ਕਨਾਤਾਂ ਦੀ ਲੋੜ ਪੈਣੀ, ਉਹ ਮੇਰੇ ਕੋਲੋਂ ਲੈ ਜਾਓ। ਜਿਹੜੇ ਬਾਦਸ਼ਾਹੀ ਠਾਠ ਦੇ ਜਿੰਨੇ ਤੰਬੂ ਨੇ ਮੇਰੇ ਕੋਲ, ਕਨਾਤਾਂ ਨੇ, ਉਹ ਵੀ ਲੈ ਜਾਓ। ਕਾਲੂ ਨਾ ਲੇਵਤ ਤਹਿ ਤਨ ਹਾਥ। ਪਿਤਾ ਜੀ ਸੰਕੋਚ ਕਰਦੇ ਆ, ਉਹ ਕਹਿੰਦੇ ਨਹੀਂ ਰਾਏ ਜੀ, ਜੋ ਕੁਝ ਪਹਿਲਾਂ ਹੈ ਮੇਰੇ ਕੋਲ ਘਰ ਵਿੱਚ ਉਹ ਵੀ ਤੁਹਾਡੇ ਕੋਲੋਂ ਹੀ ਲੈ ਕੇ ਗਿਆ। ਪਿਤਾ ਜੀ ਹੱਥ ਸੰਕੋਚਦੇ ਨੇ, ਨਹੀਂ ਲੈਂਦੇ। ਮੈਂ ਭੂਪਤ ਦੇਤ ਭਇਓ ਬਰਿਆਈ। ਰਾਏ ਬੁਲਾਰ ਜੀ ਨੇ ਮਾਇਆ ਦੀ ਰੁਪਈਆਂ ਦੀ ਵੱਡੀ ਥੈਲੀ ਮੰਗਾਈ। ਉਹ ਥੈਲੀ ਮੰਗਾ ਕੇ ਇੱਕ ਦੋ ਥੈਲੀਆਂ ਕਿਹਾ ਲੈ ਜਾਓ, ਇਸ ਵਿਆਹ ਦੇ ਉੱਤੇ ਖਰਚਣਾ। ਪਿਤਾ ਜੀ ਲੈਂਦੇ ਨਹੀਂ। ਰਾਏ ਜੀ ਕਹਿੰਦੇ ਮੈਂ ਤੈਨੂੰ ਨਹੀਂ ਪਿਆ ਦਿੰਦਾ, ਇਹ ਮੇਰੇ ਜਗਤ ਸੁਆਮੀ ਕਬਲ ਨੈਣ ਜੀ ਦੀ ਸ਼ਾਦੀ 'ਚ ਖਰਚ ਕਰਨਾ, ਉਹਨਾਂ ਦੀ ਮਾਇਆ, ਉਹਨਾਂ ਦੇ ਚਰਨਾਂ 'ਚ ਅਰਪਣ ਕਰ ਰਿਹਾ, ਇਹ ਲੈ ਜਾਓ। ਬੰਧਨ ਕੋ ਕਰ ਹੋਏ ਬੇਦਾਰ। ਉਹ ਅਖੀਰ ਪਿਤਾ ਜੀ ਨੂੰ ਲੈਣੀ ਪਈ ਉਹ ਮਾਇਆ। ਲੈ ਕੇ ਪਿਤਾ ਜੀ ਨੇ ਰਾਏ ਬੁਲਾਰ ਨੂੰ ਨਮਸਕਾਰ ਕੀਤੀ ਤੇ ਚੱਲ ਪਏ। ਨਿਜ ਧਾਮ ਗਇਓ ਮਨ ਮੈਂ ਹਰ ਖਾਈ। ਪਿਤਾ ਜੀ ਬੜੇ ਖੁਸ਼, ਬੜੇ ਆਨੰਦ ਵਿੱਚ ਆਪਣੇ ਘਰ ਆਏ। ਮਾਨਵ ਭੇਜ ਬੁਲਾਏ ਪਠੇ। ਉਸੇ ਵੇਲੇ ਬੰਦੇ ਭੇਜ ਕੇ ਸੱਦੇ ਭੇਜੇ। ਸਭ ਹੈ ਪੁਰ ਮੈਂ ਰਹਿ ਬੇਦੀ ਜੋ ਗਿਆਤੀ। ਜਿੰਨੇ ਬੇਦੀ ਰਿਸ਼ਤੇਦਾਰ ਸੰਬੰਧੀ ਨਗਰ 'ਚ ਰਹਿੰਦੇ ਸੀ, ਸਾਰਿਆਂ ਨੂੰ ਸੁਨੇਹੇ ਪਹੁੰਚ ਗਏ। ਤੇ ਸਨਮਾਨ ਬਖਾਨ ਕੀਓ। ਸਾਰਿਆਂ ਦਾ ਸਨਮਾਨ ਕਰਦਿਆਂ, ਸਭ ਦਾ ਮਾਣ ਆਦਰ ਕਰਦਿਆਂ ਬੋਲੇ, ਮਨ ਜਾਨੋ ਬੰਸ ਹਮਾਰ ਹੈ ਖਿਆਤੀ। ਕਹਿਣ ਲੱਗੇ ਸਾਰਿਆਂ ਨੂੰ ਸੱਦ ਕੇ ਨਾ ਪਿਤਾ ਜੀ, ਕਹਿੰਦੇ ਆਪਾਂ ਸਾਰੇ ਬੇਦੀਆਂ ਦੇ ਪਰਿਵਾਰਾਂ ਚੋਂ ਆ, ਸਾਰੇ ਸੰਬੰਧੀ ਆ, ਤੇ ਆਪਣਾ ਨਾਂ ਸਾਰਿਆਂ ਵਿੱਚ ਪ੍ਰਗਟ ਹੈ। ਸੋ ਪਟਵਾਰੀ ਰੰਧਾਵਨ ਕੋ। ਆਪਾਂ ਨਾਨਕ ਦੀ ਬਰਾਤ ਲੈ ਕੇ ਚੱਲੇ ਆ ਨਾ ਜਿੱਥੇ, ਉਹ ਵੀ ਅੱਗੋਂ ਪਟਵਾਰੀ ਹੈ, ਉਹ ਰੰਧਾਵਿਆਂ ਦਾ ਪਟਵਾਰੀ ਹੈ। ਜਿਨ ਕੇ ਬਹੁ ਗ੍ਰਾਮ ਹੈ ਦੀਰਗ ਜਾਤੀ। ਔਰ ਉਹਨਾਂ ਦੇ ਟੱਬਰ ਬੜੇ ਬੜੇ ਵੱਡੇ ਨੇ, ਪਰਿਵਾਰ ਬੜਾ ਵਡੇਰਾ ਹੈ, ਤੇ ਉੱਥੇ ਆਪਾਂ ਲੈ ਕੇ ਜਾਣੀ ਹੈ ਬਰਾਤ। ਉਹਨਾਂ ਦੇ ਬਹੁਤ ਸਾਰੇ ਪਿੰਡ ਵਸਦੇ ਨੇ। ਪੂਰ ਕਰੋ ਮਿਲ ਕੇ ਜਸ ਪਾਵਨ। ਆਪਾਂ ਰਲ ਕੇ ਇਸ ਤਰੀਕੇ ਨਾਲ ਬਰਾਤ ਲੈ ਕੇ ਜਾਣੀ ਹੈ ਕਿ ਆਪਣਾ ਜਸ ਹੋਵੇ, ਆਪਣੀ ਸੋਭਾ ਹੋਵੇ ਕਿ ਬੇਦੀਆਂ ਦੀ ਬਰਾਤ ਆਈ ਹੈ। ਜੇ ਜਗ ਮੈਂ ਸ਼ੁਭ ਰੀਤ ਸੁਹਾਤੀ। ਜਿਹੜੀਆਂ ਜਗਤ ਵਿੱਚ ਸ਼ੁਭ ਰੀਤੀਆਂ ਨੇ, ਉਹ ਸ਼ੁਭ ਰੀਤੀਆਂ ਦੀ ਪਾਲਣਾ ਕਰਨੀ ਹੈ। ਦੋਹਰਾ ਇੱਕ ਮੇਰੀ ਤੁਮ ਨਹਿ ਲਖੋ ਹੈ ਸਭ ਹੀ ਕੀ ਲਾਜ। ਪਿਤਾ ਜੀ ਕਹਿੰਦੇ ਭਾਈ ਇਹ ਨਾ ਜਾਣਿਓ ਵੀ ਮਹਿਤਾ ਕਾਲੂ ਦੀ ਇੱਜ਼ਤ ਹੈ, ਮੇਰੀ ਇਕੱਲੇ ਦੀ ਨਹੀਂ, ਤੁਹਾਡੀ ਸਾਰਿਆਂ ਬੇਦੀਆਂ ਦੀ ਰਲ ਕੇ ਹੋਣੀ ਹੈ ਇੱਜ਼ਤ। ਹਾਨੀ ਹੋਈ ਤਾਂ ਕਹਿਣਾ ਵੀ ਬੇਦੀਆਂ ਦੀ, ਨਾ ਤੁਹਾਡਾ ਸਾਰਿਆਂ ਦਾ ਵੱਜਣਾ। ਕਿਤੇ ਕੱਲ ਨੂੰ ਆਖੋ ਵੀ ਪਟਵਾਰੀ ਮਹਿਤੇ ਕਾਲੂ ਦਾ ਨਾਂ ਵੱਜਣਾ। ਕਹਿੰਦੇ ਭਾਈ ਜੇ ਬੇਇੱਜ਼ਤੀ ਹੋਈ ਤਾਂ ਤੁਹਾਡੀ ਸਾਰਿਆਂ ਬੇਦੀਆਂ ਦੀ ਹੈ, ਜੇ ਇੱਜ਼ਤ ਹੋਈ, ਸਤਿਕਾਰ ਹੋਇਆ ਤੇ ਤਾਂ ਵੀ ਤੁਹਾਡਾ।
ਇਸ ਕਰਕੇ ਤੁਸੀਂ ਸਾਰਿਆਂ ਨੇ ਆਪਣੀ ਇੱਜ਼ਤ ਸਮਝਦਿਆਂ ਹੋਇਆਂ ਸਨਮਾਨ ਸਹਿਤ ਬਰਾਤ ਵਿੱਚ ਚੱਲਣਾ ਹੈ। ਗਮਨ ਹੋ ਅਬ ਹੈ ਬਿਲੰਬ ਤਜ ਸੁੰਦਰ ਸਜ ਹੋ ਸਾਜ। ਤੇ ਬਿਨਾਂ ਦੇਰੀ ਤੋਂ ਤਿਆਰੀ ਕਰੋ ਤੇ ਸਾਜ ਸਮਾਨ ਆਪਣਾ ਇਕੱਠਾ ਕਰੋ ਤੇ ਚੱਲੀਏ। ਸੁਨ ਸ਼ਰੋਨਨ ਬੇਦੀ ਸਬੈ ਬਾਨੇ ਭਲੇ ਬਣਾਏ। ਇਹ ਸੁਣ ਕੇ ਸਾਰੇ ਬੇਦੀਆਂ ਨੇ ਆਖਿਆ ਪਟਵਾਰੀ ਸਾਹਿਬ ਫਿਕਰ ਨਾ ਕਰੋ। ਜਿੰਨੇ ਸੰਬੰਧੀ ਸੀ, ਭਰਾ ਸਨ, ਚਾਚੇ ਤਾਏ, ਸਾਰੇ ਕਹਿਣ ਲੱਗੇ ਜੀ ਅਸੀਂ ਪੂਰਾ ਸ਼ਿੰਗਾਰ ਕੇ ਚੱਲਾਂਗੇ ਆਪਣੇ ਆਪ ਨੂੰ, ਪਤਾ ਲੱਗੇ ਰਾਜਿਆਂ ਬਾਦਸ਼ਾਹਾਂ ਦੀ ਬਰਾਤ ਵੀ ਆਉਂਦੀ ਹੈ। ਕਹਿੰਦੇ ਵਧੀਆ ਵਧੀਆ ਪੁਸ਼ਾਕਾਂ ਬੇਦੀਆਂ ਨੇ, ਸੋਹਣੀਆਂ ਨਵੀਆਂ ਪੁਸ਼ਾਕਾਂ ਉਹ ਤਿਆਰ ਕਰਵਾਈਆਂ। ਲੈ ਤਨ ਨਿਜ ਨਿਜ ਧਾਮ ਤੇ ਚਲੇ ਚਤੁਰ ਚਿਤ ਚਾਏ। ਔਰ ਆਪੋ ਆਪਣੇ ਘਰੋਂ ਖਰਚ ਲੈ ਕੇ ਸਾਰੇ ਬੜੇ ਚਾਅ ਦੇ ਨਾਲ ਬਰਾਤ ਵਿੱਚ ਚੱਲੇ ਹਨ। ਸਵਈਆ ਕੰਚਨ ਭੂਖਨ ਪਾਏ ਕਨੇ। ਸੋਹਣੇ ਸੋਨੇ ਦੇ ਗਹਿਣੇ ਸਾਰਿਆਂ ਨੇ ਸਰੀਰ ਤੇ ਪਾਏ, ਕਿਸੇ ਗਲ 'ਚ ਕੈਂਠਾ ਪਾਇਆ ਹੋਇਆ, ਕਿਸੇ ਹੱਥ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ, ਕਿਸੇ ਉਂਗਲੀਆਂ ਵਿੱਚ ਮੁੰਦਰੀਆਂ ਪਾਈਆਂ ਹੋਈਆਂ, ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਚੜੇ ਹਨ। ਨਗ ਬੀਚ ਬਨੇ ਜਿਨ ਕੇ ਚਮਕਾਵੇ। ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਕੀਮਤੀ ਨਗ ਤੇ ਜੜਾਊ ਜੜੇ ਹੋਏ ਨੇ। ਕੰਕਨ ਅੰਗਦ ਕੁੰਡਲ ਤੇ ਕੜੇ ਪਾਏ ਹੋਏ, ਡੋਲਿਆਂ ਦੇ ਨਾਲ ਅੰਗਦ ਬਹੂਟੇ ਬੱਧੇ ਹੋਏ, ਕਈਆਂ ਨੇ ਕੰਨਾਂ ਵਿੱਚ ਕੁੰਡਲ ਪਾਏ ਹੋਏ ਨੇ। ਮੁਖ ਮੰਡਲ ਸੁੰਦਰ ਕੋ ਦਰਸਾਵੇ। ਸੋਹਣੇ ਮੁਖ ਮੰਡਲਾਂ ਦੇ ਸਹਿਤ ਜਾ ਰਹੇ ਨੇ, ਦਰਸ਼ਨ ਹੋ ਰਹੇ ਨੇ। ਮਾਲ ਬੇਸਾਲ ਭਲੇ ਗੁਰ ਧਾਰ। ਔਰ ਗਲਾਂ ਦੇ ਵਿੱਚ ਗੁਰ ਨਹੀਂ ਗਰ, ਗਲਾਂ ਦੇ ਵਿੱਚ ਸੋਹਣੀਆਂ ਮਲਾਵਾਂ ਧਾਰਨ ਕੀਤੀਆਂ ਮੋਤੀਆਂ ਦੀਆਂ। ਅਮੋਲ ਦੁਕਲ ਲੀਏ ਮਨ ਭਾਵੇ। ਦਕੂਲ, ਅਮੋਲ ਦਕੂਲ, ਸੋਹਣੇ ਕੱਪੜੇ ਬਸਤਰ ਉਹ ਸਰੀਰ ਤੇ ਸਜਾ ਕੇ ਜਾ ਰਹੇ ਨੇ। ਸੀਸਨ ਪੈ ਸਿਰ ਪੇਚ ਬਧੇ। ਸਿਰਾਂ ਦੇ ਉੱਤੇ ਸਿਰ ਪੇਚ ਕਹਿੰਦੇ ਆ ਦਸਤਾਰਾਂ ਨੂੰ। ਸੋਹਣੀਆਂ ਦਸਤਾਰਾਂ, ਪੱਗਾਂ ਉਹ ਸਿਰਾਂ ਦੇ ਉੱਤੇ ਬੱਧੀਆਂ ਹੋਈਆਂ ਨੇ। ਧਰ ਕੈ ਕਲਗੀਆ ਦੇ ਕਾਏ ਸੁਹਾਵੇ। ਕਈਆਂ ਨੇ ਉੱਤੇ ਕਲਗੀਆਂ ਲਾਈਆਂ ਹੋਈਆਂ ਦਸਤਾਰਾਂ ਦੇ ਉੱਤੇ, ਸੋਹਣੀਆਂ ਕਲਗੀਆਂ ਜਗਾਵਾਂ ਲਾ ਕੇ ਆਪਣੇ ਪੂਰੇ ਠਾਠ ਦੇ ਨਾਲ ਜਾ ਰਹੇ ਨੇ। ਦੋਹਰਾ ਛੈਲ ਛਬੀਲੇ ਛਬ ਪਰੇ ਛਾਪ ਛਲਾਇਨ ਹਾਥ। ਬੜੇ ਬੜੇ ਛੈਲ ਛਬੀਲੇ, ਉੱਚੇ ਲੰਮੇ ਕੱਦਾਂ ਵਾਲੇ, ਬੜੇ ਨੌਜਵਾਨ, ਛਾਪਾਂ ਤੇ ਛੱਲਿਆਂ ਨਾਲ ਹੱਥ ਭਰੇ ਹੋਏ ਨੇ। ਸਜ ਸਜ ਬਾਹਨ ਆਪਣੇ ਭਏ ਬਰਾਤੀ ਸਾਥ। ਆਪੋ ਆਪਣੇ ਵਾਹਨ ਸਜਾ ਕੇ, ਕੋਈ ਗੱਡਾ ਲਿਆਇਆ ਸਜਾ ਕੇ ਆਪਣਾ, ਬਲਦਾਂ ਦੇ ਉੱਤੇ ਜਰੀਦਾਰ ਝੁੱਲਾਂ ਪਾਈਆਂ ਹੋਈਆਂ ਤੇ ਗੱਡੇ ਪੂਰੇ ਸ਼ਿੰਗਾਰੇ ਹੋਏ, ਉੱਤੇ ਫੁੱਲ ਬੱਧੇ ਹੋਏ। ਤੇ ਕਈਆਂ ਨੇ ਰਥਾਂ ਸਵਾਰੀਆਂ, ਕਈਆਂ ਦੇ ਕੋਲ ਘੋੜੀਆਂ ਸੀ, ਉਹ ਘੋੜੀਆਂ ਸ਼ਿੰਗਾਰ ਕੇ ਲਿਆਏ ਆ। ਏਦਾਂ ਆਪੋ ਆਪਣੇ ਵਾਹਨ ਤਿਆਰ ਕਰਕੇ ਬਰਾਤੀ ਸਜ ਕੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਚੜੇ ਹਨ। ਕਬਿਤ ਸਿੰਦਨ ਤੁਰੰਗਮ ਸਕਟ ਪੈ ਅਰੁਡੇ ਕੋ। ਕੋਈ ਰਥਾਂ ਤੇ ਸਵਾਰ ਹੋਇਆ, ਕੋਈ ਤੁਰੰਗਮ ਘੋੜਿਆਂ ਤੇ ਸਵਾਰ ਹੋਇਆ, ਕੋਈ ਸਕਟ ਗੱਡਿਆਂ ਦੇ ਉੱਤੇ ਸਵਾਰ ਹੋਇਆ। ਜਰੀ ਸੰਗ ਜਰੇ ਰਾਜ ਆਰਨ ਉਛਾਰਹੀ। ਕਹਿੰਦੇ ਬੜੇ ਸੋਹਣੇ ਜਰੀ ਦੇ ਨਾਲ ਜੜੇ ਹੋਏ ਲਾਲ ਰੰਗ ਦੇ ਜਿਹੜੇ ਝੁੱਲਾਂ ਨੇ ਜਾਂ ਦੁਸ਼ਾਲੇ ਨੇ ਉਹ ਪਾਏ ਹੋਏ ਨੇ। ਬਾਰ ਬਧੂ ਬ੍ਰਿੰਦ ਸੰਗ ਗਮਨੀ ਉਪੰਗ ਮਨ। ਬਰਾਤ ਵਿਦਾ ਕਰਨ ਵਾਸਤੇ ਇਸਤਰੀਆਂ ਇਕੱਠੀਆਂ ਹੋ ਕੇ ਜਾ ਰਹੀਆਂ ਨਗਰ ਤੋਂ। ਉਦੋਂ ਇਸਤਰੀਆਂ ਬਰਾਤਾਂ ਦੇ ਨਾਲ ਨਹੀਂ ਸਨ ਚੜਿਆ ਕਰਦੀਆਂ। ਕੁਝ ਸਮੇਂ ਤੋਂ ਇਹ ਰਵਾਇਤ ਚੱਲੀ, ਕਾਫੀ ਪਿਛਲੇ ਕੁਝ ਦਹਾਕੇ ਪਿੱਛੇ ਚਲੇ ਜਾਈਏ ਤੇ ਕੇਵਲ ਮਰਦਾਂ ਦੀ ਬਰਾਤ ਚੜਿਆ ਕਰਦੀ ਸੀ। ਤਾਂ ਉਸ ਵੇਲੇ ਇਸਤਰੀਆਂ ਜਿਹੜੀਆਂ ਸਨ ਉਹ ਰਲ ਕੇ ਬਰਾਤ ਵਿਦਾ ਕਰਨ ਜਾਇਆ ਕਰਦੀਆਂ ਸਨ। ਤੋ ਨਨਕਾਣਾ ਸਾਹਿਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਬੇਦੀਆਂ ਦੀਆਂ ਬਧੂਟੀਆਂ ਨੇ ਜਾਂ ਹੋਰ ਨਗਰ ਦੇ ਵਿੱਚ ਰਹਿਣ ਵਾਲੇ ਮਿੱਤਰ ਨੇ, ਉਹਨਾਂ ਦੀਆਂ ਘਰ ਵਾਲੀਆਂ ਨੇ, ਉਹ ਵਿਦਾ ਕਰਨ ਵਾਸਤੇ ਬਰਾਤ ਜਾ ਰਹੀਆਂ ਨੇ ਤੇ ਬੜੀ ਖੁਸ਼ੀ ਦੇ ਨਾਲ ਨਾਲ ਗੀਤ ਗਾਉਂਦੀਆਂ ਨੇ। ਅੰਗਨ ਸ਼ਿਕਾਰ ਕੈ ਅਨੰਗ ਮਨ ਟਾਰਹੀ। ਸੋਹਣੇ ਸਰੀਰ ਨੂੰ ਸ਼ਿੰਗਾਰ ਕੇ ਸੋਹਣੇ ਢੰਗ ਦੇ ਨਾਲ ਆ ਰਹੀਆਂ ਹਨ, ਕਿਉਂਕਿ ਹਾਲੇ ਇੱਥੇ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰਮਤ ਦਾ ਪਹਿਰਾ ਨਹੀਂ ਹੋਇਆ। ਕਿਉਂਕਿ ਹਾਲੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖੀ ਦ੍ਰਿੜ ਕਰਾਉਣ ਦੀ ਮਰਿਆਦਾ ਆਰੰਭ ਕਰਨੀ ਹੈ। ਤੋ ਸਤਿਗੁਰੂ ਜੀ ਇਸ ਵਕਤ ਸੁਲਤਾਨਪੁਰ ਸਾਹਿਬ ਨੇ, ਬਰਾਤ ਹਾਲੇ ਉੱਥੋਂ ਸੁਲਤਾਨਪੁਰ ਸਾਹਿਬ ਤੱਕ ਆਉਣੀ ਹੈ। ਤੋ ਉੱਥੋਂ ਜੋ ਵਿਦਾ ਕਰਨ ਆ ਰਹੇ ਨੇ,
ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਨੇ ਉਹ ਨਾਲ ਆ ਰਹੀਆਂ ਹਨ। ਬਾਦਿਤ ਬਜਾਨ ਹਾਰ ਕੌਤਕ ਕਰਨ ਹਾਰ। ਸਾਜ਼ ਵਜਾਉਣ ਵਾਲੇ, ਕੌਤਕ ਕਰਨ ਵਾਲੇ, ਵਿਆਹਾਂ ਦੇ ਸਮਿਆਂ 'ਚ ਅਕਸਰ ਕੋਈ ਤਮਾਸ਼ਾ ਵਿਖਾਉਣ ਵਾਲੇ ਆ ਜਾਂਦੇ ਆ, ਉਹ ਸਾਰੇ ਪਹੁੰਚੇ ਹੋਏ ਨੇ। ਭਾਰ ਕੇ ਉਚਾਨ ਹਾਰ ਤਿਆਰ ਭੇ ਅਪਾਰ ਹੀ। ਫਿਰ ਜਿਹੜੇ ਭਾਰ ਬਰਦਾਰ ਹੁੰਦੇ ਆ ਉਹਨਾਂ ਵੇਲਿਆਂ 'ਚ ਭਾਰ ਬਰਦਾਰਾਂ ਨੂੰ ਲੈ ਕੇ ਜਾਂਦੇ ਸੀ ਨਾਲ, ਵੀ ਜਿਨ੍ਹਾਂ ਦਾ ਕੰਮ ਹੁੰਦਾ ਸੀ ਵੀ ਭਾਰ ਚੁੱਕਣਾ ਤੇ ਉਹ ਗੱਡਿਆਂ ਤੇ ਲੱਦਣਾ ਜਾਂ ਲਾਹਣਾ ਜਾਂ ਸਿਰਾਂ ਤੇ ਲੈ ਕੇ ਜਾਣਾ, ਉਹ ਭਾਰ ਬਰਦਾਰ ਵੀ ਨਾਲ ਜਾ ਰਹੇ ਨੇ। ਧਰੇ ਹੈ ਤੁਖਾਰ ਪਰ ਦੀਰਗ ਦਮਾਮੇ ਬਹੁ। ਖਾਰ ਕਹਿੰਦੇ ਆ ਊਂਠਾਂ ਨੂੰ, ਊਂਠਾਂ ਦੇ ਉੱਤੇ ਜਿਹੜੇ ਛੁਤਰੀ ਨਗਾਰੇ ਹੁੰਦੇ ਲੰਮੇ, ਉਹ ਨਗਾਰੇ ਰੱਖੇ ਹੋਏ ਨੇ, ਵੱਜ ਰਹੇ ਨੇ। ਸਾਜੈ ਸ਼ੁਭ ਰਾਜੈ ਬਾਜੈ ਡੰਕ ਇੱਕ ਬਾਰ ਹੀ। ਔਰ ਬੜੇ ਸੋਹਣੇ ਡੰਕ ਉਹਨਾਂ ਦੇ ਉੱਤੇ ਵੱਜਦੇ ਨੇ, ਸਜਦੇ ਨੇ, ਔਰ ਉਹਨਾਂ ਨਗਾਰਿਆਂ ਦੀ ਆਵਾਜ਼ ਗੂੰਜਦੀ ਆ ਇੱਕੋ ਵਾਰ। ਦੋਹਰਾ ਬੇਦੀਆਂ ਕੀ ਬਰ ਸੁੰਦਰੀ ਮਧੁਰ ਮਧੁਰ ਸੁਰ ਗਾਏ। ਬੇਦੀਆਂ ਦੀਆਂ ਜਿਹੜੀਆਂ ਘਰ ਵਾਲੀਆਂ ਸੁੰਦਰ ਸਰੂਪ ਇਸਤਰੀਆਂ, ਉਹ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਉਸ ਵੇਲੇ ਬਰਾਤ ਚੜਨ ਵੇਲੇ ਘੋੜੀਆਂ ਗਾਉਂਦੀਆਂ ਹਨ। ਸਰਸਤ ਹਰਖਤ ਉਰ ਵਿਖੈ ਮੁਰੀ ਬਰਾਤ ਚੜਾਏ। ਬੜੀਆਂ ਖੁਸ਼ ਹੋਈਆਂ ਆਨੰਦ ਦੇ ਵਿੱਚ, ਖੇੜੇ ਵਿੱਚ ਬਰਾਤ ਟੋਰ ਕੇ ਫਿਰ ਉਹ ਇਸਤਰੀਆਂ ਵਾਪਸ ਮੁੜ ਗਈਆਂ। ਕੁਝ ਦੂਰੀ ਤੱਕ ਬਰਾਤ ਨੂੰ ਛੱਡਣ ਤੋਂ ਬਾਅਦ ਉਹ ਇਸਤਰੀਆਂ ਵਾਪਸ ਘਰ ਪਰਤੀਆਂ ਨੇ। ਘਰ ਪਰਤ ਕੇ ਫਿਰ ਉਹ ਇਸਤਰੀਆਂ ਘਰ ਦੇ ਵਿੱਚ ਵੀ ਗੀਤ ਗਾਉਂਦੀਆਂ, ਨੱਚਦੀਆਂ ਹਨ। ਕਬਿਤ ਪਇਓ ਹੈ ਅਰੂੜ ਕਾਲੂ ਲੀਨੋ ਤਨ ਲਾਲੂ ਬਹੁ। ਇੱਧਰ ਪਿਤਾ ਮਹਿਤਾ ਕਾਲੂ ਜੀ ਆਪਣੀ ਸਵਾਰੀ ਤੇ ਸਵਾਰ ਹੋਏ ਨੇ, ਚਾਚਾ ਲਾਲੂ ਜੀ ਨਾਲ ਇੱਕ ਸਾਜ ਤੇ ਸਵਾਰੀ ਤੇ ਬੈਠੇ ਹਨ। ਧਨ ਦਾ ਖੁੱਲਾ ਗੱਫਾ ਆਪਣੇ ਨਾਲ ਲਿਆ। ਤਜੀ ਤਲਵੰਡੀ ਪਦ ਪੰਥ ਵਿਖੇ ਪਾਏ ਹੈ। ਤਲਵੰਡੀ ਨੂੰ ਛੱਡਿਆ, ਯਾਨੀ ਕਿ ਤਲਵੰਡੀ ਸਾਹਿਬ ਤੋਂ ਚੱਲੇ ਨੇ, ਸੁਲਤਾਨਪੁਰ ਸਾਹਿਬ ਦੇ ਰਸਤੇ ਤੇ ਪੈਰ ਧਰ ਕੇ ਟੁਰੇ ਹਨ। ਲੀਨੇ ਧਨ ਰਾਮਾ ਸੁਤ ਕਿਸ਼ਨ ਸੁਨਾਮਾ। ਕਹਿੰਦੇ ਬਾਬਾ ਰਾਮਾ ਜੀ ਜੋ ਗੁਰੂ ਨਾਨਕ ਸਾਹਿਬ ਦੇ ਨਾਨਾ ਜੀ ਨੇ, ਉਹਨਾਂ ਨੇ ਵੀ ਮਾਇਆ ਦਾ ਗੱਫਾ ਲਿਆ, ਉਹ ਵੀ ਚੱਲੇ ਦੇ ਨਾਲ। ਉਹਨਾਂ ਦਾ ਪੁੱਤਰ ਜਿਹਦਾ ਨਾਮ ਹੈ ਮਾਮਾ ਕ੍ਰਿਸ਼ਨਾ, ਉਹ ਵੀ ਜਾ ਰਹੇ ਨੇ। ਧਰੇ ਉਰ ਚਾਹੇ ਸੁਲਤਾਨਪੁਰ ਧਾਏ ਹੈ। ਬੜਾ ਚਾਅ ਰੱਖ ਕੇ ਹਿਰਦੇ 'ਚ ਸੁਲਤਾਨਪੁਰ ਸਾਹਿਬ ਵੱਲ ਵਧ ਰਹੇ ਨੇ। ਸਭੈ ਦਿਨ ਜਾਹੇ ਚਲੇ ਡੇਰਾ ਰਹਿਣ ਮਾਹੇ। ਦਿਨੇ ਦਿਨੇ ਬਰਾਤ ਚੱਲਦੀ ਆ, ਰਾਤ ਜਿੱਥੇ ਪੈਂਦੀ ਆ ਉੱਥੇ ਡੇਰਾ ਕਰਦੇ ਹਨ। ਵਿਦ ਐਸੀਏ ਚਲਤ ਤਾਮ ਨਾਨਕੀ ਕੇ ਆਏ ਹੈ। ਇਸੇ ਤਰੀਕੇ ਚਲਦਿਆਂ ਚਲਦਿਆਂ ਸੁਲਤਾਨਪੁਰ ਸਾਹਿਬ ਬੇਬੇ ਨਾਨਕੀ ਦੇ ਘਰੇ ਸਭ ਪਹੁੰਚੇ ਹਨ। ਆਨੰਦ ਉਦਦ ਮਿਲ ਕੇਲ ਕਰੈ ਮੀਨ ਜਿਵ। ਕਹਿੰਦੇ ਬੜਾ ਆਨੰਦ ਪ੍ਰਗਟ ਹੋਇਆ, ਜਿਵੇਂ ਮੱਛੀ ਨਹੀਂ ਪਾਣੀ ਵਿੱਚ ਕੇਲ ਕਰਦੀ ਖੁਸ਼ੀ ਨਾਲ, ਕਹਿੰਦੇ ਏਦਾਂ ਆਨੰਦ ਵਰਤ ਰਿਹਾ ਆਪਸ ਵਿੱਚ ਮੇਲ ਕਰਕੇ। ਨਾਨਕ ਸਪੂਤ ਪਇਓ ਭਏ ਮਨ ਭਾਏ ਹੈ। ਕਹਿੰਦੇ ਨਾਨਕ ਸਪੂਤ ਬਣ ਕੇ ਪ੍ਰਗਟ ਹੋਇਆ ਬੇਦੀਆਂ ਦੇ ਗ੍ਰਹਿ ਵਿਖੇ, ਜਿਸ ਨੇ ਸਾਰਿਆਂ ਦੇ ਮਨਾਂ 'ਚ ਖੇੜਾ ਆਨੰਦ ਪੈਦਾ ਕੀਤਾ ਤੇ ਸਭ ਦੇ ਮਨਾਂ ਨੂੰ ਭਾਉਂਦਾ। ਆਨ ਕੇ ਜੈ ਰਾਮ ਸਨਮਾਨ ਕੀਨੋ ਸਭਨ ਕੋ। ਭਾਈਆ ਜੈ ਰਾਮ ਜੀ ਆਏ, ਆਇਆ ਹੋਇਆ ਸਾਰੇ ਬਰਾਤੀਆਂ ਦਾ ਸਨਮਾਨ ਕੀਤਾ, ਸਤਿਕਾਰ ਕੀਤਾ। ਯਥਾ ਯੋਗ ਥਾਨ ਦੀਨੋ ਡੇਰਾ ਕਰਵਾਏ ਕੈ। ਯਥਾ ਯੋਗ ਬਰਾਤ ਦੇ ਟਿਕਾਣੇ ਦਾ, ਜਿੱਥੇ ਸਾਰਿਆਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਸੀ ਭਾਈਆ ਜੀ ਹੋਣਾ ਨੇ, ਉੱਥੇ ਸਾਰਿਆਂ ਦਾ ਸਨਮਾਨ ਸਹਿਤ ਟਿਕਾਣਾ ਕਰਵਾਇਆ। ਤਨੀਆਂ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ। ਪਿਤਾ ਜੀ ਜਾ ਕੇ ਆਪਣੀ ਧੀ ਰਾਣੀ ਬੇਬੇ ਨਾਨਕੀ ਨੂੰ ਜਾ ਕੇ ਮਿਲੇ ਨੇ, ਬੜੇ ਖੁਸ਼ ਨੇ, ਆਨੰਦ 'ਚ ਨੇ। ਦਇਓ ਮਧੁਰਨ ਕੋ ਦਾਸ ਤੇ ਮੰਗਾਏ ਕੈ। ਨੌਕਰ ਨੂੰ ਕਿਹਾ ਭਾਈ ਛੇਤੀ ਲਿਆ ਮੇਰੀ ਧੀ ਰਾਣੀ ਲਈ ਮਠਿਆਈ। ਉਹਨੇ ਮਠਿਆਈ ਲਿਆਂਦੀ, ਪਿਤਾ ਜੀ ਨੇ ਆਪ ਆਪਣੇ ਹੱਥੀਂ ਬੇਬੇ ਨਾਨਕੀ ਨੂੰ ਮਠਿਆਈ ਦਿੱਤੀ। ਸਭ ਹੀ ਸੰਭਾਰਨ ਸੰਭਾਰ ਬੰਦ ਬੰਦ ਭਾਰ। ਹੋਰ ਜਿੰਨਾ ਜਿਵੇਂ ਬਰਾਤਾਂ ਦੇ ਵਿੱਚ ਸਮਾਨ ਚਾਹੀਦਾ ਹੁੰਦਾ, ਕੱਪੜੇ ਵਗੈਰਾ ਹੋਰ ਸਭ ਕੁਝ, ਉਹ ਪਿਤਾ ਜੀ ਉਹਨਾਂ ਨੇ ਬੇਬੇ ਨਾਨਕੀ ਜੀ ਦੇ ਹਵਾਲੇ ਕੀਤਾ ਵੀ ਬੇਟਾ ਇਹ ਸਾਰਾ ਕੁਝ ਤੂੰ ਸਾਂਭ ਲੈ, ਵੀ ਆਪਣੀ ਨਿਗਰਾਨੀ ਵਿੱਚ ਇਹ ਸਾਰਾ ਕੁਝ ਰੱਖ ਲੈ। ਧਰੇ ਸਕਟਨ ਸਭ ਉਪਰ ਤੇ ਲਿਆਏ ਕੈ। ਵੱਡਿਆਂ ਤੋਂ ਲਾ ਕੇ ਸਾਰਾ ਸਮਾਨ ਜਿੱਥੇ ਬੇਬੇ ਨਾਨਕੀ ਨੇ ਕਿਹਾ ਉੱਥੇ ਘਰ ਵਿੱਚ ਰੱਖ ਦਿੱਤਾ। ਪਰਮਾਨੰਦ ਮਿਲਿਓ ਕੀਨ ਪ੍ਰਸ਼ਨ ਕੁਸ਼ਲ ਭਲੇ। ਬਾਬਾ ਪਰਮਾਨੰਦ ਜੀ ਆਏ ਜੋ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਸਨ, ਉਹ ਆ ਕੇ ਮਿਲੇ
ਗਲ ਬੱਕੜੀ ਵਿੱਚ ਲੈ ਕੇ ਮਿਲੇ ਤੇ ਕੁਸ਼ਲ ਪ੍ਰਸੰਨਤਾ ਦਾ ਸੁਨੇਹਾ ਸੁਖ ਸੁਨੇਹਾ ਪੁੱਛਿਆ। हेर कै बरात और रहे हर खाए कै। ਬਾਬੇ ਪਰਮਾਨੰਦ ਨੇ ਵੇਖਿਆ ਬਰਾਤ ਬੜੀ ਸੋਹਣੀ ਸਜ ਧਜ ਕੇ ਆਈ ਆ, ਬੜੀ ਖੁਸ਼ੀ ਹੋਈ ਉਹਨਾਂ ਦੇ ਮਨ ਵਿੱਚ। ਸ਼ਰੋਨ ਸੁਖ ਕੰਦ ਸੁਨ ਆਏ ਜਗ ਬੰਦ ਪੁਨ। ਉਧਰ ਮੋਦੀ ਖਾਨੇ ਵਿੱਚ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੋ ਸਾਰੇ ਜਗਤ ਦੇ ਬੰਦਨੀਏ ਨੇ, ਉਹਨਾਂ ਸੁਣਿਆ ਕਿ ਪਿਤਾ ਜੀ ਹੁਣੀ ਆ ਗਏ ਹਨ, ਤੋ ਸਤਿਗੁਰੂ ਜੀ ਦੁਕਾਨ ਤੋਂ ਮੋਦੀ ਖਾਨੇ ਤੋਂ ਚੱਲ ਕੇ ਆਏ। ਦੋ ਕਰ ਬੰਦ ਪਦ ਬੰਦੇ ਸੀਸ ਨਾਇਓ ਹੈ। ਦੋਵੇਂ ਹੱਥ ਜੋੜ ਕੇ ਪਹਿਲਾਂ ਪਿਤਾ ਜੀ ਨੂੰ ਪ੍ਰਣਾਮ ਕੀਤੀ, ਸਤਿਗੁਰਾਂ ਨੇ ਆ ਕੇ ਸੀਸ ਝੁਕਾ ਕੇ। ਕਾਲੂ ਨੇ ਉਤਾਲ ਲੀਨ ਅੰਕ ਹਿਤ ਨਾਲ ਭਇਓ। ਮਹਾਰਾਜ ਜੀ ਨੇ ਝੁਕ ਕੇ ਚਰਨ ਸਪਰਸ਼ ਕੀਤੇ ਤੇ ਪਿਤਾ ਜੀ ਨੇ ਬਾਹਾਂ ਤੋਂ ਫਕੜ ਕੇ ਘੁੱਟ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗਲ ਬੱਕੜੀ 'ਚ ਲੈ ਕੇ ਮਿਲੇ। ਪ੍ਰੀਤ ਮੈਂ ਵਿਸਾਲ ਨੇ ਜਗਰੇ ਸੋ ਲਗਾਏ ਹੈ। ਬੜਾ ਪ੍ਰੇਮ ਪਿਤਾ ਜੀ ਦੇ ਹਿਰਦੇ ਵਿੱਚ ਘੁੱਟ ਕੇ ਗਲ ਬੱਕੜੀ 'ਚ ਲੈ ਕੇ ਮਿਲੇ ਹਨ। ਬੇਦੀ ਸਭ ਔਰ ਭਰੇ ਪ੍ਰੇਮ ਤੇ ਠੌਰ ਮਿਲੇ। ਜਿੰਨੇ ਬਾਕੀ ਬੇਦੀ ਬੈਠੇ ਸਾਰੇ ਬੜੇ ਪ੍ਰੇਮ ਨਾਲ ਭਰੇ ਹੋਏ ਸਤਿਗੁਰਾਂ ਨੂੰ ਸਾਰਿਆਂ ਨੂੰ ਸਤਿਗੁਰੂ ਜੀ ਮਿਲੇ ਹਨ। ਭਰ ਭਰ ਕੌਰ ਔਰ ਭਾਰੀ ਸੁਖ ਪਾਇਓ ਹੈ। ਘੁੱਟ ਘੁੱਟ ਕੇ ਗਲ ਬੱਕੜੀ 'ਚ ਲੈ ਕੇ ਭਾਰੀ ਸੁਖ ਮਾਣਦੇ ਨੇ। ਧੰਨ ਨੇ ਸਾਰੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗਲ ਬੱਕੜੀ ਦਾ ਨਿੱਘ ਪ੍ਰਾਪਤ ਹੋ ਰਿਹਾ, ਕਈ ਜਨਮਾਂ ਦੀ ਬੰਦਗੀ ਦਾ ਫਲ ਮਿਲ ਰਿਹਾ ਹੈ। ਸੁੰਦਰ ਕਿਸ਼ੋਰ ਲਖੈ ਬੰਸ ਸਿਰ ਮੋਰ ਨਿਜ। ਸੋਹਣੇ ਕਿਸ਼ੋਰ ਅਵਸਥਾ 'ਚ 18 ਕੁ ਵਰਿਆਂ ਦੇ ਨੇੜੇ ਉਮਰ ਹੈ ਮੇਰੇ ਸਾਹਿਬ ਦੀ, ਤੇ ਆਪਣੀ ਬੰਸ ਵਿੱਚ ਜਾਣਦੇ ਨੇ ਕਿ ਐਸਾ ਸ਼ੁਭ ਪੁੱਤਰ ਜਨਮਿਆ ਜਿਸ ਨੇ ਸਾਡੇ ਬੰਸ ਨੂੰ ਚਾਰ ਚੰਨ ਲਾ ਦਿੱਤੇ ਹਨ। ਦੌਰ ਦੌਰ ਜਾ ਕੋ ਜਸ ਦੇਸ਼ ਦੇਸ਼ ਛਾਇਓ ਹੈ। ਜਿਨ੍ਹਾਂ ਦਾ ਜਸ ਦੌੜ ਦੌੜ ਕੇ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ। ਤੋਹਰਾ ਕਮਲ ਨੈਣ ਕੋ ਧਨ ਜਿਤੋ ਦੀਨੋ ਕਾਲੂ ਹਾਥ। ਕਮਲ ਨੈਣ ਸਤਿਗੁਰਾਂ ਦੇ ਪਾਸ ਜਿਹੜਾ ਧਨ ਸੀ 3000 ਰੁਪਈਆ ਵੱਖਰਾ ਰੱਖਿਆ ਸੀ ਸਤਿਗੁਰਾਂ ਨੇ। ਉਹ ਗਰੀਬ ਨਵਾਜ ਸਾਹਿਬ ਜੀ ਦੇ 3000 ਰੁਪਈਆ ਆਪਣੇ ਹੱਥੀਂ। ਕਹੀ ਜਰਾਮ ਸੁਨਾਏ ਪੁਨ ਸਭ ਲੇਖੇ ਕੀ ਗਾਥ। ਉਹ 3000 ਰੁਪਈਆ ਭਾਈਆ ਜੈ ਰਾਮ ਜੀ ਨੇ ਸਤਿਗੁਰਾਂ ਕੋਲੋਂ ਲੈ ਕੇ ਰੱਖਿਆ ਹੋਇਆ ਸੀ, ਤੇ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਉਹ ਪੈਸੇ ਪਿਤਾ ਜੀ ਨੂੰ ਦੇ ਦਿੱਤੇ ਵੀ ਇਹ ਤੁਹਾਡੇ ਪੁੱਤਰ ਦੀ ਕਮਾਈ ਹੈ। ਇਹ ਪਹਿਲੀ ਕਮਾਈ ਸੀ ਜਿਹੜੀ ਪਿਤਾ ਜੀ ਨੂੰ ਪ੍ਰਾਪਤ ਹੋਈ ਹੈ। ਤੇ ਫਿਰ ਭਾਈਏ ਜੈ ਰਾਮ ਨੇ ਹਿਸਾਬ ਕਿਤਾਬ ਦੀ ਜਿਹੜੀ ਸਾਰੀ ਵਾਰਤਾ ਸੀ ਉਹ ਦੱਸੀ। ਸੋਰਠਾ ਔਰ ਧਰ ਹਰਖ ਵਿਸਾਲ ਕਾਲੂ ਬੋਲਿਓ ਬਚਨ ਤਬ। ਇਹ ਸੁਣ ਕੇ ਪਿਤਾ ਜੀ ਬੜੇ ਖੁਸ਼ ਹੋਏ ਵੀ 3000 ਰੁਪਈਆ ਉਹਨਾਂ ਵੇਲਿਆਂ 'ਚ ਬਹੁਤ ਸੀ। 3000 ਰੁਪਈਆ ਜਦੋਂ ਵੇਖਿਆ ਤੇ ਖੁਸ਼ੀ ਮਨਾਈ, ਤੇ ਖੁਸ਼ੀ ਦੇ ਨਾਲ ਪਿਤਾ ਜੀ ਬੋਲੇ ਖਰਚਨ ਕੋ ਅਬ ਕਾਲ ਭਲਾ ਪਇਓ ਤਨ ਬਹੁ ਕਰਿਓ। ਕਹਿੰਦੇ ਹੁਣ ਵੇਲਾ ਸੀ, ਹੁਣ ਖਰਚ ਹੋਣਾ। ਇਹ ਤਾਂ ਬੜਾ ਵਧੀਆ ਕੀਤਾ ਨਾਨਕ ਨੇ ਇਸ ਵੇਲੇ ਇਹ ਪੈਸੇ ਇਕੱਠੇ ਕਰਕੇ ਦਿੱਤੇ ਹਨ। ਔਰ ਭੇਵ ਨਹਿ ਜਾਨ ਏਕ ਦਰਬ ਕੀ ਲਾਲਸਾ। ਪਿਤਾ ਜੀ ਨੂੰ ਹੋਰ ਭੇਦ ਦਾ ਨਹੀਂ ਪਤਾ। ਜੋ ਭਾਈਏ ਜੈ ਰਾਮ ਨੇ ਕਿਹਾ ਨਾ ਵੀ ਇਦਾਂ 321 ਰੁਪਏ ਵਾਧਾ ਨਿਕਲਿਆ ਇਦਾਂ, ਕਹਿੰਦੇ ਉਹ ਨਹੀਂ, ਉਧਰ ਨਹੀਂ ਧਿਆਨ, ਬਸ ਇੱਕੋ ਸੀ ਵੀ ਪੈਸੇ ਆਏ ਐ, ਧਨ ਆਇਆ। ਬਸ ਇੰਨੀ ਕੁ ਲਾਲਸਾ ਸੀ ਉਹਨਾਂ ਦੇ ਮਨ ਦੀ, ਉਹ ਪੂਰੀ ਹੋ ਗਈ। ਯੋ ਨਹਿ ਕਰਹਿ ਪਹਿਚਾਨ ਕਰਤਾ ਹਰਤਾ ਜਗਤ ਕੋ। ਪਿਤਾ ਜੀ ਨੂੰ ਇਹ ਪਹਿਚਾਨ ਨਹੀਂ ਆਉਂਦੀ, ਇਹ ਸਿਆਣ ਨਹੀਂ ਆਉਂਦੀ ਕਿ ਸਾਰੇ ਜਗਤ ਦੇ ਕਰਤਾ ਹਰਤਾ ਹਨ, ਇਹ ਸਾਰੇ ਸੰਸਾਰ ਦੇ ਮਾਲਕ ਹਨ, ਸੁਆਮੀ ਹਨ। ਕਬਿਤ ਨਾਨਾ ਬਿਦ ਭੋਜਨ ਕਰਾਏ ਕੈ ਜਿਮਾਏ ਨਰ। ਨਾਨਾ ਪ੍ਰਕਾਰ ਦੇ ਭੋਜਨ ਦਾ ਪ੍ਰਬੰਧ ਸੀ। ਜਿੰਨੇ ਸੱਜਣ ਆਏ ਨੇ ਸਾਰਿਆਂ ਨੂੰ ਨਾਨਾ ਪ੍ਰਕਾਰ ਦੇ ਭੋਜਨ ਛਕਾਏ ਨੇ, ਸਾਰਿਆਂ ਨੂੰ ਸੋਹਣੇ ਢੰਗ ਦੇ ਨਾਲ ਸੇਵਾ ਟਹਿਲ ਕੀਤੀ ਹੈ। ਬਨਤਾ ਕੀ ਪਤ ਹੈ ਬਿਸਾਏ ਹਿਤ ਖਾਨ ਕੋ। ਕਹਿੰਦੇ ਇੱਕ ਪਾਸੇ ਨਰਾਂ ਦੀ, ਮਨੁੱਖਾਂ ਦੀ ਜਿਹੜੇ ਨਰ ਨੇ ਉਹਨਾਂ ਦੀ ਪੰਗਤ ਲੱਗ ਗਈ ਹੈ, ਇੱਕ ਪਾਸੇ ਇਸਤਰੀਆਂ ਦੀ ਪੰਗਤ ਲੱਗ ਗਈ, ਸਾਰਿਆਂ ਨੂੰ ਭੋਜਨ ਛਕਾਇਆ। ਔਰ ਜੇ ਹੈ ਊਚ ਨੀਚ ਸਭ ਕੋ ਆਹਾਰ ਦੀਨੇ। ਉੱਚੇ ਨੀਵੇਂ ਜਿੰਨੇ ਆਏ ਨੇ ਸਭ ਨੂੰ ਛਕਣ ਵਾਸਤੇ ਭੋਜਨ ਮਿਲਿਆ। ਨੀਕੇ ਪਕਵਾਨ ਖਾਨ ਕੀਨੇ ਸੁਖ ਮਾਨ ਕੇ। ਨਾਨਾ ਪ੍ਰਕਾਰ ਦੇ ਪਕਵਾਨ ਆਏ ਨੇ,
ਸਭ ਨੇ ਸੁਖ ਮਾਣ ਮਾਣ ਕੇ ਪਕਵਾਨ ਛਕੇ ਹਨ। ਚਤੁਰ ਬਰਨ ਕੇਰੇ ਕਰਨ ਕਰਨ ਫੇਰੇ। ਚਾਰਾਂ ਵਰਨਾਂ ਦੇ ਜਿਹੜੇ ਲੋਕ ਸਨ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਬੇਬੇ ਜੀ ਹੋਣਾ ਨੇ ਪਕਵਾਨ ਭੇਜੇ ਹਨ। ਤੂਰਨ ਨਰਨ ਪ੍ਰੇਰੇ ਕਾਲੂ ਰੰਗ ਦਾਨ ਕੇ। ਕਹਿੰਦੇ ਤੂਰਨ ਬੜੀ ਛੇਤੀ ਦੇ ਨਾਲ ਬਹੁਤ ਸਾਰੇ ਗਰੀਬੜੇ ਉਹ ਵੀ ਆਪ ਪਹੁੰਚੇ। ਸਭ ਨੂੰ ਪਿਤਾ ਜੀ ਦੇ ਕੋਲੋਂ ਆ ਕੇ ਧਨ ਪ੍ਰਾਪਤ ਹੁੰਦਾ, ਛਕਣ ਨੂੰ ਭੋਜਨ ਪ੍ਰਾਪਤ ਹੋ ਰਿਹਾ ਹੈ। ਸਭਿਨ ਦਿਵਾਇਓ ਉਤਸ਼ਾਹਿਓ ਬਢਾਇਓ ਅਤ। ਕਹਿੰਦੇ ਸਾਰਿਆਂ ਨੂੰ ਦਾਨ ਦਵਾਇਆ ਹੈ, ਬੜੇ ਉਤਸ਼ਾਹ ਜਿਹੜੇ ਨੇ ਉਹ ਵਿਆਹ ਦੇ ਮਨਾਏ ਹਨ। ਵੱਡੋ ਜਸ ਛਾਇਓ ਬੀਚ ਪੁਰ ਸੁਲਤਾਨ ਕੇ। ਬੜਾ ਵੱਡਾ ਜਸ ਮਹਾਰਾਜ ਜੀ ਦੇ ਘਰ ਦਾ ਸਾਰੇ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਛਾਇਆ ਹੈ। ਤੋਹਰਾ ਬ੍ਰਿੰਦ ਮਧੁਰ ਪਕਵਾਨ ਕੋ ਸੀਸ ਨਰਨ ਧਰਵਾਏ। ਕਹਿੰਦੇ ਅਨੇਕ ਪ੍ਰਕਾਰ ਦੇ ਪਕਵਾਨ ਮਠਿਆਈਆਂ ਉਹ ਨਰਾਂ ਦੇ ਸਿਰਾਂ ਤੇ ਰਖਵਾ ਕੇ। ਦੌਲਤ ਖਾਨ ਨਿਰਪਾਲ ਕੋ ਦੀਨ ਜਰਾਮ ਸੁਜਾਏ। ਭਾਈਆ ਜੈ ਰਾਮ ਜੀ ਦੌਲਤ ਖਾਨ ਨੂੰ ਸੱਦਾ ਦੇਣ ਗਏ। ਮਠਿਆਈਆਂ ਦੀਆਂ ਕੁਝ ਟੋਕਰੀਆਂ ਉਹ ਰਖਾ ਕੇ ਨਾ ਸਿਰਾਂ ਤੇ ਨੌਕਰਾਂ ਦੇ, ਤੇ ਨਵਾਬ ਦੌਲਤ ਖਾਨ ਨੂੰ ਸੁਨੇਹਾ ਦੇਣ ਸ਼ਾਦੀ ਦਾ ਖਬਰ ਦੇਣ ਵਾਸਤੇ ਗਏ। ਸੋਰਠਾ ਲਖ ਆਨੰਦ ਕੋ ਬ੍ਰਿੰਦ ਬਦਿਓ ਨਰਿੰਦ ਸੋ ਬਦਨ ਤੇ। ਕਹਿੰਦੇ ਬੜਾ ਆਨੰਦ, ਉਧਰ ਦੌਲਤ ਖਾਨ ਦਾ ਮਨ ਵੀ ਬੜਾ ਆਨੰਦ ਵਿੱਚ ਹੈ, ਉਹਨੂੰ ਵੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਵਸਤ ਬਿਲੰਦ ਸੋ ਛੰਦ ਮੋਹਿ ਨਰਨ ਤੇ ਚਹਤ ਲਿਹੋ। ਕਹਿਣ ਲੱਗਾ ਜੈ ਰਾਮ ਦੌਲਤ ਖਾਨ ਦੇ ਮੋਦੀ ਦਾ ਵਿਆਹ ਹੈ, ਵੇਖੀ ਕਿਤੇ ਕਮੀ ਨਾ ਰਹਿ ਜੇ ਵਿਆਹ ਵਿੱਚ। ਕੱਲ ਨੂੰ ਮੇਰੇ ਨਾਂ ਦੇ ਨਾਲ ਵੱਜਣਾ। ਉਹਨੂੰ ਹਾਲੇ ਨਹੀਂ ਨਾ ਪਤਾ ਕਿ ਤੇਰਾ ਨਾਂ ਸਤਿਗੁਰਾਂ ਕਰਕੇ ਚੌਂ ਯੁੱਗਾਂ ਵਿੱਚ ਪ੍ਰਗਟ ਹੋਣਾ ਹੈ। ਇਹ ਨਹੀਂ ਸੀ ਉਹ ਜਾਣਦਾ ਕਿ ਉਸ ਵੇਲੇ ਰਾਜਾ ਸੀ, ਉਹਨੂੰ ਤਾਂ ਇਹ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਹੈ, ਮੇਰੇ ਮੋਦੀ ਦਾ ਵਿਆਹ ਆ। ਕਹਿੰਦੇ ਜੋ ਚਾਹੀਦਾ ਬੇਝੱਕ ਨਿਝੱਕ ਹੋ ਕੇ ਸਭ ਕੁਝ ਇੱਥੋਂ ਘਰੋਂ ਲੈ ਜਾ। ਕਬਿਤ ਬੋਲੇ ਗੁਣ ਐਨ ਅਰਬਿੰਦ ਸਮ ਨੈਣ ਲੋਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਨਾਲ ਗਏ ਸੀ, ਵੀ ਸੱਦਾ ਦੇਣਾ ਸੀ ਵਿਆਹ ਦਾ। ਤੋ ਕਮਲ ਨੈਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਬੋਲੇ। ਜਾਂ ਕੇ ਆਵ ਲੋਕ ਕੋਨੇ ਮੈਨ ਬਿਨ ਮਾਨ ਕੇ। ਜਿਨ੍ਹਾਂ ਦੀਆਂ ਅੱਖਾਂ ਦੇ ਸੋਹਣੇ ਕੋਨੇ ਨੇ, ਜਿਹਦੇ ਵੱਲ ਵੇਖ ਲੈਂਦੇ ਆ ਉਹਦਾ ਮਾਣ ਹਰਿਆ ਜਾਂਦਾ ਹੈ। ਪੌਣ ਮੈਂ ਬਸਾਏ ਤਨ ਸਾਧਨ ਮਲਾਏ ਸ਼ੁਭ। ਉਧਰ ਦੌਲਤ ਖਾਨ ਨੇ ਜੈ ਰਾਮ ਜੀ ਹੋਣਾ ਨੂੰ ਕਹਿ ਦਿੱਤਾ ਜੋ ਚਾਹੀਦਾ ਲੈ ਜਾਓ। ਸੱਦਾ ਦੇਣ ਤੋਂ ਬਾਅਦ ਆ ਗਏ। ਇੱਧਰ ਹੁਣ ਘਰ ਦੀਆਂ ਇਸਤਰੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਘਰ ਦੇ ਅਜਰ ਵਿਹੜੇ 'ਚ ਬਿਠਾਇਆ ਕਿ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਵਟਣਾ ਮਲਣ ਵਾਸਤੇ, ਸ਼ਗਨ ਕਰਨ ਵਾਸਤੇ ਉਹ ਬੈਠੀਆਂ ਹਨ। ਗਾਏ ਗੀਤ ਅੰਗਨਾ ਬਣਾਏ ਬੈਨ ਮਾਨ ਕੇ। ਕੋਲ ਬੈਠੀਆਂ ਉਹ ਆਪਣੀ ਖੁਸ਼ੀ ਦੇ ਦੁਆਰਾ ਆਪਣੀ ਰੀਝ ਦੇ ਨਾਲ ਗੀਤਰ ਗਾਇਨ ਕਰ ਰਹੀਆਂ ਹਨ। ਵੱਡੀ ਵੱਡ ਭਾਗਨ ਸੁਭਾਗਨ ਸੁਪਤ ਮਿਲ। ਕਹਿੰਦੇ ਵੱਡੀਆਂ ਭਾਗਾਂ ਵਾਲੀਆਂ ਨੇ, ਸੁਭਾਗੀਆਂ ਨੇ ਜਿਹੜੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਪੁੱਜੀਆਂ ਹਨ। ਅੰਗਨ ਮੇ ਮਲਤ ਭਲੇ ਬੇਦੀ ਕੋਲ ਭਾਨ ਕੇ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਵਟਣਾ ਮਲਦੀਆਂ ਨੇ, ਮਹਾਰਾਜ ਜੀ ਦੇ ਪਾਵਨ ਹੱਥਾਂ ਦੇ ਉੱਤੇ ਵਟਣਾ ਮਲਦੀਆਂ ਨੇ। ਚਰਨਾਂ ਤੇ ਵਟਣਾ ਮੜਲ ਵਾਲੀਆਂ ਕਿਰਤਾਰਥ ਹੋ ਰਹੀਆਂ ਹਨ। ਨਾਨ ਪੁੰਨ ਕੀਨੋ ਬਹੁ ਦੀਨਨ ਕੋ ਦਾਨ ਦੀਨੋ। ਗਰੀਬ ਨਵਾਜ ਪਾਤਸ਼ਾਹ ਨੇ ਇਸ਼ਨਾਨ ਕੀਤਾ ਹੈ, ਬਹੁਤ ਸਾਰੇ ਨਿਮਾਣਿਆਂ ਗਰੀਬਾਂ ਨੂੰ ਗੁਰਦੇਵ ਨੇ ਦਾਨ ਦਿੱਤਾ। ਆਸਨ ਅਸੀਨੇ ਕੁਰਬਾਨ ਸੁਖ ਦਾਨ ਕੇ। ਮਹਾਰਾਜ ਜੀ ਆ ਕੇ ਸੋਹਣੇ ਆਸਣ ਤੇ ਬਹਿ ਗਏ ਹੈ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ਕੁਰਬਾਨ ਕਰਨ ਨੂੰ ਚਿੱਤ ਕਰਦਾ ਹੈ ਕਿ ਆਪਣਾ ਆਪ ਸਾਹਿਬ ਦੇ ਸੋਹਣੇ ਨੂਰਾਨੀ ਚਿਹਰੇ ਤੋਂ ਕੁਰਬਾਨ ਕਰ ਦਈਏ। ਸਵਈਆ ਸੋਹਤ ਪੀਤ ਦੋ ਕੂਲ ਤਰੇ। ਮਹਾਰਾਜ ਜੀ ਨੇ ਅੱਜ ਜਿਹੜੇ ਬਸਤਰ ਪਾਏ ਆ, ਮਾਂ ਕਵੀ ਜੀ ਦਰਸ਼ਨ ਕਰ ਰਹੇ ਨੇ ਤੇ ਸਾਨੂੰ ਕਰਾ ਰਹੇ ਨੇ। ਕਹਿੰਦੇ ਪੀਲੇ ਰੰਗ ਦੇ ਬਸਤਰ ਪਾਏ ਆ ਸਤਿਗੁਰਾਂ ਨੇ ਅੱਜ ਸਰੀਰ ਦੇ ਉੱਤੇ। ਪੀਤ ਕਹਿੰਦੇ ਆ ਪੀਲੇ ਨੂੰ,
ਪੀਲੇ ਰੰਗ ਦੇ ਵਸਤਰ ਪਾਤਸ਼ਾਹ ਨੇ ਸਰੀਰ ਤੇ ਧਾਰੇ ਹੋਏ ਨੇ। ਸ਼ੁਭ ਹੱਥ ਬਨਾ ਜਿਨ ਕੇ ਕੰਗਨਾ, ਮਹਾਰਾਜ ਜੀ ਦੇ ਹੱਥ ਵਿੱਚ ਸੁੰਦਰ ਕੰਗਣ ਪਾਇਆ ਹੋਇਆ ਹੈ। ਭੂਖਨ ਭੂਖਤ ਹੈ ਤਨ ਮੈਂ, ਸੋਹਣੇ ਭੂਸ਼ਣਾਂ ਦੇ ਨਾਲ ਸਤਿਗੁਰੂ ਜੀ ਅਲੰਕ੍ਰਿਤ ਹੋ ਰਹੇ ਨੇ। ਕਰ ਛਾਪ ਛਲਾਇਨ ਸੋ ਰੰਗਨਾ, ਸੋਹਣੇ ਆਭੂਸ਼ਣ ਪਾਤਸ਼ਾਹ ਦੇ ਸੋਹਣੇ ਰੰਗ ਦੇ ਸਰੀਰ ਤੇ ਸ਼ੋਭ ਰਹੇ ਨੇ। ਸੀਸ ਬਦਾ ਸਿਰ ਪੇਚ ਫਬੇ, ਮਹਾਰਾਜ ਜੀ ਦੇ ਸੀਸ ਉੱਤੇ ਬੱਧਾ ਸਿਰ ਪੇਚ ਦਸਤਾਰ ਬੜਾ ਫੱਬ ਰਿਹਾ ਹੈ, ਬੜਾ ਸੁੰਦਰ ਲੱਗ ਰਿਹਾ ਹੈ। ਛਬ ਚਾਰ ਬਿਲੋਕਤ ਹੈ ਅੰਗਨਾ, ਮਹਾਰਾਜ ਜੀ ਦੇ ਚਾਰੇ ਪਾਸੇ ਖਲੋਤੇ ਨਗਰ ਦੇ ਲੋਕ ਇਸਤਰੀਆਂ ਨਰ ਮਹਾਰਾਜ ਜੀ ਦੀ ਛਵੀ ਵੇਖ ਵੇਖ ਕੇ ਆਨੰਦਿਤ ਹੋ ਰਹੇ ਨੇ ਤੇ ਹੈਰਾਨ ਵੀ ਹੋ ਰਹੇ ਨੇ। ਰੂਪ ਮੁਕੰਦ ਆਨੰਦ ਕੇ ਕੰਦ, ਮੁਕਤੀ ਦਾਤੇ ਸਤਿਗੁਰਾਂ ਦਾ ਸੋਹਣਾ ਰੂਪ ਜੋ ਆਨੰਦ ਦਾ ਮੂਲ ਹੈ। ਬਨਿਓ ਮੁਖ ਚੰਦ ਕਲੰਕ ਬਿਨਾ, ਕਹਿੰਦੇ ਚੰਨ ਦੇ ਨਾਲ ਤਸਬੀਹ ਦਈਏ ਵੀ ਚੰਨ ਵਰਗਾ ਸੁੰਦਰ ਹੈ, ਕਹਿੰਦੇ ਨਾ ਵੀ ਨਾ, ਚੰਦ 'ਚ ਕਲੰਕ ਲੱਗਾ। ਸਤਿਗੁਰੂ ਜੀ ਦਾ ਮੁਖ ਮੰਡਲ ਚੰਦਰਮਾ ਤਾਂ ਹੈ ਪਰ ਇਹਦੇ 'ਚ ਕੋਈ ਕਲੰਕ ਨਹੀਂ ਹੈ। ਭਰੀ ਸੁੰਦਰਤਾ ਬਹੁ ਸੀਸ ਕਿਰੀਟ, ਮਹਾਰਾਜ ਜੀ ਦੇ ਸੋਹਣੇ ਸਰੀਰ ਸੀਸ ਦੇ ਉੱਤੇ ਕਹਿੰਦੇ ਸੁੰਦਰਤਾ ਦਾ ਮੁਕਟ ਸ਼ੋਭ ਰਿਹਾ ਹੈ। ਸੁਹਾਵਤ ਲਾਲ ਚੁਨੀ ਸੋਹਰੀ, ਕਹਿੰਦੇ ਸੋਹਣੇ ਸਰੀਰ ਦੇ ਉੱਤੇ ਪਾਤਸ਼ਾਹ ਜੀ ਦੇ ਸੋਹਣੇ ਰੰਗ ਦੇ ਵਸਤਰ ਸ਼ੋਭ ਰਹੇ ਨੇ। ਹਰੀ ਲੋਕਨ ਬੁੱਧ ਬਿਲੋਕਤ ਆਨਨ, ਜਿਹੜਾ ਸਾਹਿਬ ਦੇ ਸੋਹਣੇ ਮੁਖ ਨੂੰ ਵੇਖਦਾ ਉਹਦੀ ਬੁੱਧੀ ਹਰੀ ਦਾ ਮਤਲਬ ਹਰੀ ਜਾਂਦੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਗਿਆਨ ਮੇ ਨਾ ਗਿਆਨ ਰਿਓ। ਇਹੋ ਜੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਰਹੀ ਹੈ। ਲੋਚਨ ਡੀਠ ਕਹੂ ਨਾ ਟਰੀ, ਜਿਹੜਾ ਵੇਖਦਾ ਨਾ ਇੱਕ ਵਾਰੀ ਉਹ ਅੱਖਾਂ ਪਾਸੇ ਨਹੀਂ ਫਰਕਾ ਕੇ ਤੱਕਦਾ, ਉਹਦੀ ਨਿਗਾਹ ਸਾਹਿਬ ਦੇ ਮੁਖ ਮੰਡਲ ਤੇ ਟਿਕੀ ਰਹਿੰਦੀ ਹੈ। ਟਰੀ ਆਪਦ ਤਾਨਾਰ ਕੀ ਸਗਰੀ, ਇਹਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਜਿਸ ਨਰ ਨੇ ਜਿਸ ਨਾਰੀ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਉਹਦੀਆਂ ਸਾਰੀਆਂ ਵਿਪਤਾਵਾਂ ਟਲ ਗਈਆਂ, ਦੂਰ ਹੋ ਗਈਆਂ। ਹਾਂਜੀ, ਜਿਨ ਮੂਰਤ ਸੋ ਔਰ ਮਾਹੇ ਤਰੀ, ਜਿਨ੍ਹਾਂ ਨੇ ਸਾਹਿਬ ਦੀ ਇਹ ਸੋਹਣੀ ਮੂਰਤ ਨੂੰ ਹਿਰਦੇ 'ਚ ਵਸਾਇਆ, ਉਹਨਾਂ ਨਰਾਂ ਦੀਆਂ ਸਾਰੀਆਂ ਆਪਦਾਵਾਂ ਵਿਪਤਾਵਾਂ ਟਲ ਗਈਆਂ। ਧਰੀ ਅੰਗਨ ਮੈਂ ਸੁਖ ਮਾ ਸੁਖ ਕੀ, ਕਹਿੰਦੇ ਸੋਹਣੇ ਸਰੀਰ ਦੇ ਉੱਤੇ ਮਹਾਰਾਜ ਜੀ ਨੇ ਸੁਖਮਾ ਕਹੀਏ ਅੰਗਾਂ ਦੇ ਵਿੱਚ ਸੋਭਾ ਸੁਖ ਦੀ ਭਰਪੂਰ ਹੈ। ਜਗ ਕੋਮਲਤਾ ਬਚ ਬੀਚ ਭਰੀ, ਮਹਾਰਾਜ ਜੀ ਦੇ ਬਚਨਾਂ ਵਿੱਚ ਸਾਰੇ ਜਗਤ ਦੀ ਕੋਮਲਤਾ ਭਰੀ ਹੋਈ ਹੈ। ਸਾਰੇ ਜਗਤ ਦੀ ਸੁੰਦਰਤਾ ਸਤਿਗੁਰਾਂ ਦੇ ਸਰੀਰ ਵਿੱਚ ਸੋਭਨੀਕ ਹੈ। ਸਾਰੇ ਜਗਤ ਵਿੱਚ ਜਿਤਨੀ ਕੋਮਲਤਾ ਹੈ ਉਹ ਕੋਮਲਤਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ ਭਰੀ ਹੋਈ ਹੈ। ਛੋਟੇ ਨਿਸ਼ਾਨ ਧਰੇ ਦਰ ਬਾਜਤ, ਉਹਨਾਂ ਵੇਲਿਆਂ 'ਚ ਖੁਸ਼ੀ ਦਾ ਸੰਕੇਤ ਹੁੰਦਾ ਸੀ। ਜਿਸ ਘਰ ਵਿੱਚ ਖੁਸ਼ੀ ਹੋਣੀ ਦਰਵਾਜ਼ੇ ਤੇ ਛੋਟੇ ਨਗਾਰੇ ਵੱਜਦੇ ਸਨ। ਤੋ ਬੇਬੇ ਨਾਨਕੀ ਦੇ ਘਰ ਦਰਵਾਜ਼ੇ ਦੇ ਬਾਹਰ ਛੋਟੇ ਨਗਾਰੇ ਵੱਜ ਰਹੇ ਨੇ। ਆਵਤ ਜਾਵਤ ਲੇਤ ਹੈ ਕੇਈ, ਕੋਈ ਆ ਰਿਹਾ ਕੋਈ ਜਾ ਰਿਹਾ, ਸਭ ਨੂੰ ਦਾਨ ਪ੍ਰਾਪਤ ਹੋ ਰਿਹਾ ਹੈ। ਤਾਤ ਕਮਾਈ ਕੋ ਕਾਲੂ ਬਿਲੋਕ, ਆਪਣੇ ਪੁੱਤਰ ਦੀ ਕਮਾਈ ਵੇਖ ਕੇ ਪਿਤਾ ਮਹਿਤਾ ਕਾਲੂ ਜੀ ਵਿਸਾਲ ਉਦਾਰ ਰਿਦਾ ਬਹੁ ਦੇਈ, ਬੜੇ ਵਿਸ਼ਾਲ ਹਿਰਦੇ ਨਾਲ ਖੁੱਲ ਦਿਲੀ ਦੇ ਨਾਲ ਸਭ ਨੂੰ ਦਾਨ ਦਿੰਦੇ ਹਨ। ਆਵਤ ਰਾਗ ਕਲਾਵਤ ਗਾਵਤ, ਕਈ ਕਲਾਵਤ ਆਉਂਦੇ ਰਾਗ ਵਿਦਿਆ ਦੇ ਜਿਹੜੇ ਮਾਹਰ ਸਨ ਉਹ ਆ ਕੇ ਰਾਗ ਗਾਉਂਦੇ ਐ। ਪਾਵਤ ਜੇ ਬਿਤ ਪਾਵਤ ਸੇਈ, ਉਹ ਆ ਕੇ ਆਲਾਪ ਕਰਦੇ ਆ ਕਈ ਤਰ੍ਹਾਂ ਦੇ ਰਾਗ ਧੁਨ, ਜੋ ਉਹਨਾਂ ਦੇ ਮਨ ਨੂੰ ਭਾਉਂਦਾ ਉਹਨਾਂ ਨੂੰ ਉਹ ਕੁਝ ਪ੍ਰਾਪਤ ਹੁੰਦਾ ਹੈ। ਯਾ ਬਿਦ ਕੋਈ ਉਤਸ਼ਾਹ ਪਇਓ, ਕਹਿੰਦੇ ਇਦਾਂ ਦਾ ਵਿਆਹ ਦਾ ਉਤਸਵ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ। ਕਵ ਕੀਨ ਕਬਿਤਨ ਮਦ ਪਲੇਈ, ਮਾਂ ਕਵੀ ਜੀ ਕਹਿੰਦੇ ਮੇਰਾ ਵੀ ਚਿੱਤ ਕੀਤਾ ਵੀ ਉੱਥੇ ਭੱਟ ਕਬਿਤ ਗਾਉਂਦੇ ਆ, ਸਵਈਏ ਗਾਉਂਦੇ ਆ, ਤੇ ਕਹਿੰਦੇ ਮੇਰੇ ਮਨ 'ਚ ਵੀ ਰੀਝ ਆਈ ਤੇ ਗੁਰੂ ਨਾਨਕ ਸਾਹਿਬ ਦੇ ਇਸ ਵਿਆਹ ਦੇ ਸਮਾਗਮ ਨੂੰ ਮੈਂ ਵੀ ਕਵਿਤਾਂ ਵਿੱਚ ਸਵਈਆਂ ਵਿੱਚ ਗਾਇਨ ਕੀਤਾ ਹੈ। ਪਾਵਨ ਮੰਗਲ ਹੋਤ ਸੁਹਾਵਨ, ਕਹਿੰਦੇ ਬੜੇ ਸੋਹਣੇ ਮੰਗਲ ਸ਼ੋਭਨੀਕ ਹੋ ਰਹੇ ਨੇ। ਪਾਵਨ ਪਾਟ ਰਟੈ ਗੁਣ ਕੋ, ਪਾਟ ਆਉਂਦੇ ਆ ਮਹਾਰਾਜ ਜੀ ਦੇ ਘਰ ਤੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਗਾਇਨ ਕਰਦੇ ਨੇ।
ਸਤਿਗੁਰਾਂ ਦਾ ਜਸ ਗਾਇਨ ਕਰਦੇ ਹਨ। ਲਾਗੀ ਸਭਾ ਸਭ ਬੇਦਨ ਕੀ, ਬੇਦੀਆਂ ਦੀ ਸਭਾ ਲੱਗੀ ਹੋਈ ਹੈ। ਨਟ ਰਾਗ ਅਲਾਪ ਕਰੈ ਤੁਲ ਕੋ, ਨਟ ਗਾਉਂਦੇ ਨੇ, ਰਾਗ ਅਲਾਪ ਕਰਦੇ ਨੇ। ਉਹ ਸੋਚ ਰਹੇ ਨੇ ਵੀ ਇਹ ਗਵਈਏ ਕਿੱਥੋਂ ਆਏ ਐ, ਇਹ ਗੰਧਰਵ ਕਿੱਥੋਂ ਆਏ ਐ, ਇਹ ਗਾਉਂਦੇ ਐ ਬੜਾ ਸੋਹਣੇ ਢੰਗ ਨਾਲ। ਇਹ ਨਹੀਂ ਸੀ ਪਤਾ ਕਿਸੇ ਨੂੰ ਕਿ ਗਵਈਆਂ ਦਾ ਭੇਖ ਧਾਰਨ ਕਰਕੇ ਸਵਰਗਪੁਰੀ ਦੇ ਜਿਹੜੇ ਗੰਧਰਵ ਨੇ, ਗੰਧਰਵ ਉਹ ਗਾਉਂਦੇ ਆ ਉੱਥੇ ਸਵਰਗਪੁਰੀ 'ਚ, ਉਹ ਗੰਧਰਵ ਗਵਈਆਂ ਦਾ ਰੂਪ ਲੈ ਕੇ, ਨਰਾਂ ਦਾ ਰੂਪ ਲੈ ਕੇ, ਆਪੋ ਆਪਣੇ ਸਾਜ਼ ਲੈ ਕੇ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਵਿੱਚ ਸਤਿਗੁਰਾਂ ਦੇ ਮੰਗਲ ਕਰਨ ਲਈ ਪਹੁੰਚੇ ਹੋਏ ਨੇ। ਸਤਿ ਸ੍ਰੀ ਅਕਾਲ। ਜਿਵੇਂ ਪਾਤਸ਼ਾਹ ਦੇ ਬਚਨ ਨਾ, ਕਲਗੀਧਰ ਸਵਾਮੀ ਜੀ ਕਹਿੰਦੇ, ਕਿੰਨਰ ਗੰਧਰਵ ਗਾਨ ਕਰ ਗਾਨ ਜਾਛੇ ਬਛਰ ਨਿਰਤ ਦੇਖਾਵੇਂ। ਉਹ ਗੰਧਰਵ ਨੇ, ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾ ਰਹੇ ਹਨ। ਰੀਜ ਹਿਰਦੈ ਬਖਸ਼ੈ ਬਖਸ਼ੀਸ਼ਨ, ਰੀਝ ਰੀਝ ਕੇ ਜਿਹੜੇ ਬੇਦੀ ਸੁਣਦੇ ਆ ਨਾ, ਉਹ ਰੀਝ ਰੀਝ ਕੇ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਆ। ਕੋਈ ਧਨ ਦਾਨ ਕਰਦਾ, ਕੋਈ ਇੰਨਾ ਰੀਝ ਪੈਂਦਾ ਵੀ ਹੱਥ 'ਚ ਮੁੰਦਰੀ ਲਾ ਕੇ ਦੇ ਦਿੰਦਾ। ਕਹਿੰਦੇ ਇਦਾਂ ਦਾਨ ਕਰ ਰਹੇ ਨੇ। ਪਾਏ ਕੈਸੋ ਹਰ ਖੈ ਤਨ ਕੋ, ਇਹਨੂੰ ਵੀ ਕਹਿੰਦੇ ਜਿਹੜਾ ਵੀ ਪ੍ਰਾਪਤ ਕਰਦਾ ਧਨ, ਉਹ ਜਿਹੜੇ ਗਵਈਏ ਨੇ ਉਹ ਵੀ ਖੁਸ਼ੀ ਮਨਾਉਂਦੇ ਨੇ। ਹਾਸ ਬਿਲਾਸ ਕਰੈ ਮਿਲ ਕੇ, ਕਹਿੰਦੇ ਹਾਸ ਬਿਲਾਸ ਵੀ ਚੱਲ ਰਿਹਾ, ਵਿਆਹ ਦਾ ਜੋ ਮਾਹੌਲ ਹੈ, ਕਹਿੰਦੇ ਮਿਲ ਕੇ ਹਾਸ ਬਿਲਾਸ ਵੀ ਕਰਦੇ ਨੇ। ਪਿਖ ਕੌਤਕ ਪਾਤ ਅਨੇਕਨ ਕੋ, ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ। ਮਾਂ ਕਵੀ ਜੀ ਕਹਿੰਦੇ ਮੈਂ ਕਿੰਨਾ ਕੁ ਵਰਣਨ ਕਰਕੇ ਸੁਣਾਵਾਂ। ਖਰੀ ਚਾਰ ਬਰਾਤ ਬਲੀ ਸਗਰੀ, ਕਹਿੰਦੇ ਬੜੀ ਸੋਹਣੀ, ਖਰੀ ਦਾ ਮਤਲਬ ਖਰੀ, ਚਾਰ ਦਾ ਮਤਲਬ ਸੁੰਦਰ, ਬੜੀ ਸੋਹਣੀ ਸੁੰਦਰ ਬਰਾਤ ਬਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਤਨ ਭੂਖਨ ਜੇਬ ਜਰਾਵ ਜਰੀ, ਜਿਨ੍ਹਾਂ ਦੇ ਤਨਾਂ ਤੇ ਪਾਏ ਗਹਿਣੇ ਆਭੂਸ਼ਣ ਜਵਾਹਰਾਤਾਂ ਦੇ ਨਾਲ ਜੜੇ ਹੋਏ ਨੇ। ਜ਼ਰੀ ਦੋਜ਼ ਫਿਰੈ ਬੇਜਨਾ ਸਭ ਪੈ, ਕਿਉਂਕਿ ਗਰਮੀ ਦੀ ਰਿਤੂ ਸੀ, ਹਾੜ ਦਾ ਮਹੀਨਾ ਹੈ, ਇਸ ਕਰਕੇ ਜ਼ਰੀ ਦੋਜ਼ ਜਿਹੜਾ ਬਿਜਨਾ ਕਹਿੰਦੇ ਆ ਪੱਖਿਆਂ ਨੂੰ, ਉਹ ਜਰੀ ਦੇ ਬਣੇ ਹੋਏ ਨੇ, ਉਹ ਝੁੱਲਦੇ ਹਨ। ਸਮ ਸੂਰਜ ਕੇ ਜਿਹੇ ਕ੍ਰਾਂਤ ਤਰੀ, ਉਹ ਜਿਹੜੇ ਪੱਖੇ ਫਿਰਦੇ ਆ ਨਾ, ਉਹਨਾਂ ਵਿੱਚ ਵੀ ਸੂਰਜ ਜਿੰਨੀ ਕ੍ਰਾਂਤੀ ਹੈ। ਤਰੀ ਪੋਸ਼ਿਸ਼ ਅੰਗ ਪਟੰਬਰ ਅੰਬਰ, ਸੋਹਣੇ ਪੁਸ਼ਾਕਾਂ ਬਸਤਰ ਸਭ ਨੇ, ਕਿਸੇ ਨੇ ਰੇਸ਼ਮ ਦੇ, ਕਿਸੇ ਨੇ ਕਿਸੇ ਪ੍ਰਕਾਰ ਦੇ ਰੰਗ ਦੇ ਬਸਤਰ ਪਾਏ ਹੋਏ ਨੇ। ਹੈ ਪਸ਼ਮੰਬਰ ਸੋਭ ਕਰੀ, ਕਈਆਂ ਨੇ ਪਸ਼ਮ ਦੇ ਬਣੇ ਜਿਹੜੇ ਪਸ਼ਮੀਨੇ ਦੇ ਕੱਪੜੇ ਹੁੰਦੇ ਆ, ਉਹ ਧਾਰਨ ਕੀਤੇ ਹੋਏ ਐ। ਕਰੀ ਸੁੰਦਰ ਰੰਗ ਅਨੇਕਨ ਕੀ, ਕਹਿੰਦੇ ਬੜੇ ਸੋਹਣੇ ਰੰਗਾਂ ਦੀਆਂ ਪੁਸ਼ਾਕਾਂ ਕੀਤੀਆਂ ਹੋਈਆਂ ਨੇ। ਪੁਰਹੂਤ ਸਭਾ ਦੁੱਤ ਲੀਨ ਛਰੀ, ਕਹਿੰਦੇ ਇਹੋ ਜੀ ਸਭਾ ਲੱਗੀ ਆ ਬੇਦੀਆਂ ਦੀ, ਸੋਹਣੇ ਬਸਤਰਾਂ ਦੇ ਨਾਲ ਸਜੇ ਹੋਏ। ਉਧਰ ਜਿਹੜਾ ਇੰਦਰ ਬੈਠਾ ਨਾ ਸਭਾ ਲਾ ਕੇ, ਉਹਨੂੰ ਸ਼ਰਮ ਆ ਰਹੀ ਹੈ ਕਿ ਮੇਰੀ ਸਭਾ ਵਿੱਚ ਦੇਵਤਿਆਂ ਦੀ ਇੰਨੀ ਸੋਭਾ ਨਹੀਂ ਜਿੰਨੀ ਗੁਰੂ ਨਾਨਕ ਸਾਹਿਬ ਦੀ ਬਰਾਤ ਦੀ ਸੋਭਾ ਹੋ ਰਹੀ ਹੈ। ਸਤਿ ਸ੍ਰੀ ਅਕਾਲ। ਉਹਨੂੰ ਲਾਜ ਆ ਰਹੀ ਹੈ ਵੀ ਮੇਰੀ ਸਭਾ ਦੇ ਵਿੱਚ ਇੰਨੀ ਸੋਭਾ ਨਹੀਂ, ਇੰਨੀ ਆਭਾ ਨਹੀਂ ਜਿੰਨੀ ਸੋਭਾ, ਜਿਤਨੀ ਆਭਾ ਇੱਥੇ ਬੇਦੀਆਂ ਦੀ ਬਰਾਤ ਵਿੱਚ ਹੈ। ਦੋਹਰਾ ਦਿਵਸ ਬਤੀਤੇ ਕਿਤਕ ਇਵ ਸਾਹਾ ਆਇਓ ਸਮੀਪ, ਕਹਿੰਦੇ ਕੁਝ ਦਿਨ ਸੁਲਤਾਨਪੁਰ ਸਾਹਿਬ ਇਦਾਂ ਬਤੀਤ ਹੋਏ। ਹੁਣ ਸਾਹੇ ਦੀ ਵਿਆਹ ਦੀ ਰੱਖੀ ਹੋਈ ਤਰੀਕ ਜੋ ਮਿਥੀ ਗਈ ਸੀ, ਉਹ ਨੇੜੇ ਆਈ। ਲਗੇ ਕਰਨ ਤਿਆਰੀ ਚਲਨ ਵਿਆਹਨ ਕੁਲ ਕੋ ਦੀਪ, ਆਪਣੇ ਕੁਲ ਦੇ ਦੀਪ ਨੂੰ ਵਿਆਹਣ ਵਾਸਤੇ ਤਿਆਰੀ ਕਰਨ ਲੱਗੇ। ਹੁਣ ਚੱਲਣ ਦੀ ਤਿਆਰੀ ਕਰਨ ਲੱਗੇ ਸੁਲਤਾਨਪੁਰ ਸਾਹਿਬ ਤੋਂ। ਸਵਈਆ ਭੂਪਤ ਪਾਸ ਜਰਾਮ ਗਇਓ, ਹੁਣ ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਂ ਕੋਲ ਗਏ। ਵਥ ਲੇਵਨ ਕੀ ਸਭ ਗਾਥ ਸੁਨਾਈ, ਜਿਹੜੀਆਂ ਲੋੜ ਦੀਆਂ ਵਸਤੂਆਂ ਚਾਹੀਦੀਆਂ ਸੀ, ਉਹ ਭਾਈਏ ਜੈ ਰਾਮ ਨੇ ਦੌਲਤ ਖਾਂ ਕੋਲੋਂ ਲਈਆਂ। ਦੀਨੇ ਮਤੰਗ ਅੰਬਾਰਨ ਸੰਗ, ਉਹਨੇ ਆਖਿਆ ਜੀ ਆ ਹਾਥੀ ਵੀ ਲੈ ਜਾਓ। ਹਾਥੀ ਦਿੱਤੇ ਨਵਾਬ ਦੌਲਤ ਖਾਂ ਨੇ, ਕਹਿੰਦਾ ਉੱਤੇ ਅੰਬਾਰੀਆਂ ਪਾ ਕੇ ਲੈ ਕੇ ਜਾਓ। ਤੁਰੰਗਾ ਮੈਂ ਸੋਇਆ ਸਵਾਰ ਬਣਾਈ, ਕਹਿੰਦੇ ਜਿੰਨੇ ਘੋੜੇ ਸੀ ਵਧੀਆ ਵਧੀਆ, ਉਹ ਵੀ ਦੌਲਤ ਖਾਂ ਨੇ ਨਾਲ ਭੇਜੇ ਵੀ ਇਹ ਵੀ ਲੈ ਜਾਓ।
ਭੂਖਨ ਸੁੰਦਰ ਕੰਚਨ ਕੇ ਕਈ ਤਰ੍ਹਾਂ ਦੇ ਗਹਿਣੇ ਆਭੂਸ਼ਣ ਜਿਨ੍ਹਾਂ ਵਿੱਚ ਨਗ ਜੜੇ ਹੋਏ ਨੇ, ਨਗ ਬੀਚ ਜਰਾਵਨ ਸੋ ਛਬ ਛਾਈ ਜਿਨ੍ਹਾਂ ਦੀ ਨਗਾਂ ਨਾਲ ਸੋਹਣੀ ਛਵੀ ਹੋ ਰਹੀ ਹੈ। ਔਰ ਤੁਖਾਰ ਦਏ ਹਿਤ ਭਾਰਨ ਫਿਰ ਤੁਖਾਰ ਕਹਿੰਦੇ ਆ ਬਲਦ ਵਗੈਰਾ ਦਿੱਤੇ ਨੇ, ਊਂਠ ਦਿੱਤੇ ਆ ਭਾਰ ਢੋਣ ਵਾਸਤੇ, ਤੰਬੂ ਕਨਾਤਨ ਕੇ ਸਮੁਦਾਈ ਤੰਬੂ ਤੇ ਕਨਾਤਾਂ ਦਿੱਤੀਆਂ ਹਨ। ਅੜਿਲ ਦੌਲਤ ਕਾ ਲਖ ਹਿਰਦੈ ਸਮੋਦੀ ਆਪਨੋ ਦੌਲਤ ਖਾਨ ਨੇ ਜਾਣਿਆ ਵੀ ਮੇਰਾ ਮੋਦੀ ਹੈ। ਜਸ ਅਪ ਜਸ ਜਗ ਮਾਜ ਮੁਝ ਹੈ ਸੰਗ ਜਾਪਨੋ ਜੇ ਜਸ ਹੋਇਆ ਤਾਂ ਵੀ ਮੇਰੇ ਨਾਂ ਨਾਲ ਹੈ, ਤੇ ਜੇ ਅਪਜਸ ਹੋਇਆ ਤਾਂ ਵੀ ਲੋਕਾਂ ਕਹਿਣਾ ਵੀ ਨਵਾਬ ਦੌਲਤ ਖਾਂ ਦੇ ਮੋਦੀ ਦੀ ਬਰਾਤ ਹੈ। ਦਇਓ ਦਰਬ ਮੰਗਵਾਏ ਕੋਸ਼ ਤੇ ਹਰਖ ਯੁੱਤ ਇਹਨੇ ਆਪਣੀ ਖੁਸ਼ੀ ਨਾਲ ਖਜ਼ਾਨੇ 'ਚ ਕੁਝ ਪੈਸੇ ਵੀ ਮੰਗਾ ਕੇ ਦਿੱਤੇ। ਹੋ ਕਹੈ ਕਰ ਹੋ ਜਸ ਪੂਰ ਉਦਾਰੂ ਹੋਏ ਚਿਤ ਕਹਿੰਦੇ ਜੈ ਰਾਮ ਜੀ ਉਦਾਰ ਚਿੱਤ ਦੇ ਨਾਲ ਵਿਆਹ ਕਰਕੇ ਆਇਓ, ਖੁਸ਼ੀ ਦੇ ਨਾਲ। ਸਵਈਆ ਆਨ ਜਰਾ ਮਨ ਤਾਮ ਵਿਖੈ ਭਾਈਆ ਜੈ ਰਾਮ ਜੀ ਘਰ ਆਏ, ਤਤਕਾਲ ਕਰੀ ਚੜਨੇ ਕੀ ਤਿਆਰੀ ਉਸੇ ਵੇਲੇ ਤਿਆਰੀ ਕੀਤੀ, ਸਾਰਾ ਰਾਗ ਸਾਜ ਲਿਆ ਕੇ ਆਪਣੇ ਆਪਣੇ ਵਾਹਨ ਸਾਜ ਸਾਰੇ ਆਪੋ ਆਪਣੇ ਵਾਹਨ ਸ਼ਿੰਗਾਰ ਕੇ ਅਰੂੜ ਪਏ ਤਨ ਪੋਸ਼ਿਸ਼ ਧਾਰੀ ਸੋਹਣੀਆਂ ਪੁਸ਼ਾਕਾਂ ਧਾਰਨ ਕਰਕੇ ਸਵਾਰ ਹੋ ਕੇ ਚੱਲੇ ਹਨ। ਲੋਕਿਕ ਵੈਦਿਕ ਰੀਤ ਕਰੀ ਜਿੰਨੀਆਂ ਲੋਕਕ ਵੈਦਿਕ ਰੀਤੀਆਂ ਕੀਤੀਆਂ ਹਨ, ਸਭ ਬ੍ਰਿੰਦ ਮਿਲੀ ਤਹਿ ਨਾਗਰ ਨਾਰੀ ਜਿੰਨੀਆਂ ਸਿਆਣੀਆਂ ਇਸਤਰੀਆਂ ਸਭ ਇਕੱਤਰ ਨੇ ਬੇਬੇ ਨਾਨਕੀ ਦੇ ਕੋਲ। ਮਾਨੋ ਕੋਕੇ ਲੱਕਾ ਕੋਹ ਕਾਵਤ ਗਾਵਤ ਗਾਵਦੀਆਂ ਨੇ ਏਦਾਂ ਮਾਨੋ ਜਿਵੇਂ ਕੋਇਲਾਂ ਸੁਰ ਚ ਗਾ ਰਹੀਆਂ ਹੋਣ। ਗਾਵਤ ਗੀਤਨ ਆਨੰਦ ਭਾਰੀ ਆਨੰਦ ਦੇ ਵਿੱਚ ਗਾਉਂਦੀਆਂ ਹਨ। ਦੇਵ ਬਧੂਟੀਆਂ ਪਹੁੰਚੀਆਂ ਹਨ ਗੀਤ ਗਾਇਨ ਕਰਨ ਲਈ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਦੇ। ਸਰਸ ਲੋਚਨ ਬੰਦ ਵਿਮੋਚਨ ਸੋਹਣੇ ਸੁੰਦਰ ਨੇਤਰਾਂ ਵਾਲੇ, ਬੰਧਨਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਹਨ। ਰੂਪ ਬਿਲੋਕਤ ਹੈ ਮਨ ਹਾਰੀ ਜਿਹੜਾ ਵੇਖਦਾ ਸਤਿਗੁਰਾਂ ਦੇ ਸੋਹਣੇ ਰੂਪ ਨੂੰ ਉਹਦਾ ਮਨ ਹਰਿਆ ਜਾਂਦਾ ਹੈ। ਸ਼ੇਖਰੇ ਸੋਹੈ ਲਿਲਾਰ ਉਦਾਰ ਕੇ ਪਾਤਸ਼ਾਹ ਦਾ ਸੋਹਣਾ ਸੁੰਦਰ ਚਿਹਰਾ ਸਿਹਰਾ ਸੋਭਦਾ, ਬਕਾਇਦਾ ਸੁਲਤਾਨਪੁਰ ਸਾਹਿਬ ਚ ਸਥਾਨ ਹੈ ਸਤਿਗੁਰਾਂ ਦਾ। ਸੀਸ ਪੈ ਹੇਮ ਸੋਨੀ ਕੇ ਹੈ ਢਾਰੀ ਕਹਿੰਦੇ ਹੇਮ ਕਹਿੰਦੇ ਆ ਸੋਨੇ ਨੂੰ, ਸੋਨੇ ਦੇ ਫੁੱਲ ਲੱਗੇ ਆ ਸੀਸ ਤੇ। ਸੋਭਾ ਕੋ ਮੋਰ ਫੇਰੈ ਸਿਰ ਚੋਰ ਕਹਿੰਦੇ ਸੋਭਾ ਦੇ ਮੂਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਚਬਰ ਵੀ ਝੁੱਲ ਰਿਹਾ ਹੈ। ਪਿਖੈ ਨਾਰ ਦੋਰ ਸੋ ਪੀਰ ਪੀ ਭਾਰੀ ਕਹਿੰਦੇ ਦੌੜ ਦੌੜ ਕੇ ਆਉਂਦੇ ਆ ਲੋਕ ਵੇਖਣ ਲਈ, ਬੜੀ ਭੀੜ ਹੋ ਗਈ। ਹੋਏ ਅਰੂੜ ਚਲੈ ਸੇਵਕਾ ਕਹਿੰਦੇ ਪਾਲਕੀ ਚ ਸਤਿਗੁਰੂ ਜੀ ਸਵਾਰ ਹੋ ਕੇ ਜਾ ਰਹੇ ਨੇ। ਪਰ ਜਾਮੈ ਜਟੇ ਚਮਕੈ ਨਗ ਚਾਰੀ ਤੇ ਪਾਲਕੀ ਵੀ ਬੜੀ ਸੁੰਦਰ, ਉਹਦੇ ਚ ਵੀ ਜੜਾਊ ਜੜੇ ਹੋਏ ਚਮਕਦੀ ਹੈ। ਕਬਿਤ ਸੁੰਦਰ ਮਤੰਗ ਸਜਿਓ ਅਰੁਣ ਅੰਬਾਰੀ ਸੰਗ ਕਹਿੰਦੇ ਬੜੇ ਸੋਹਣੇ ਹਾਥੀ ਸ਼ਿੰਗਾਰੇ ਹੋਏ, ਉਹਨਾਂ ਹਾਥੀਆਂ ਦੇ ਉੱਤੇ ਲਾਲ ਰੰਗ ਦੀਆਂ ਅੰਬਾਰੀਆਂ ਪਾਈਆਂ ਹੋਈਆਂ। ਤਾਪੇ ਚੜ ਕਾਲੂ ਵਾਂਗ ਆਨੰਦ ਨ ਮਾਵਈ ਅੱਜ ਪਿਤਾ ਮਹਿਤਾ ਕਾਲੂ ਜੀ ਸਵਾਰ ਹੋਏ ਨੇ ਹਾਥੀ ਦੇ ਉੱਤੇ, ਬਰਾਤੇ ਚੜੇ ਆ ਤੇ ਹਾਥੀ ਦੀ ਅੰਬਾਰੀ ਦੇ ਉੱਤੇ ਸਵਾਰ ਹੋ ਕੇ ਜਾ ਰਹੇ। ਆਨੰਦ ਚ ਮੇਵਦਾ ਨਹੀਂ, ਆਨੰਦ ਹਿਰਦੇ ਚ ਇੰਨੀ ਖੁਸ਼ੀ ਹੈ ਪਿਤਾ ਜੀ ਦੇ ਮਨ ਵਿੱਚ। ਲਾਲੂ ਗਜਾਰੁੱਡ ਭਇਓ ਰਾਮਚੰਦ ਕਾਨਾ ਤੇ ਲਾਗੇ ਚਾਚਾ ਲਾਲੂ ਜੀ ਵੀ ਹਾਥੀ ਤੇ ਨਾਲ ਬੈਠੇ ਆ। ਭਾਈ ਕਾਨਾ, ਇਹ ਸਾਰੇ ਬੇਦੀ ਨੇ, ਭਾਈ ਕਾਨਾ ਜੀ ਵੀ ਨਾਲ ਹਨ। ਚੜਿਓ ਜਗ ਜੀਤ ਮਲ ਲਾਲ ਨੰਦ ਭਾਵਈ ਨਾਲ ਜਗਜੀਤ ਮੱਲ ਜੀ ਚੜੇ ਨੇ। ਇਹ ਸਾਰੇ ਬਰਾਤੀ ਨੇ ਬੇਦੀਆਂ ਦੇ ਪਰਿਵਾਰਾਂ ਚੋਂ, ਉਹ ਵੀ ਚੱਲੇ ਨੇ ਨਾਲ। ਲਾਲ ਆਨੰਦ ਜੀ ਜਾ ਰਹੇ ਨੇ। ਜੱਟ ਮਲ ਇੰਦਰ ਸੈਨ ਨੰਦ ਲਾਲ ਮੈਨ ਸਮ ਜੱਟ ਮੱਲ ਜੀ, ਇੰਦਰ ਸੈਨ ਜੀ, ਨੰਦ ਲਾਲ ਜੀ, ਜਿਨ੍ਹਾਂ ਦੇ ਮਨ 'ਚ ਬੜੀ ਖੁਸ਼ੀ ਹੈ। ਸ਼ੋਭਾ ਐਨ ਰਥ ਪਰ ਚੜੇ ਛਬ ਪਾਵਈ ਇਹ ਵੀ ਰਥਾਂ ਦੇ ਉੱਤੇ ਸਵਾਰ ਹੋ ਕੇ ਸੋਭਾ ਸਹਿਤ ਜਾ ਰਹੇ ਨੇ। ਚੰਦਰਪਾਨ ਕੌਲ ਨੈਣ ਸ਼ਿਵ ਲਾਲ ਕਾਮ ਸੈਨ ਚੰਦਰਪਾਨ ਜੀ, ਕੌਲ ਨੈਣ ਜੀ, ਸ਼ਿਵ ਲਾਲ ਜੀ, ਮਾਨ ਚੰਦ ਮਾਨ ਸੰਗ ਚੜਿਓ ਹਰ ਖਾਵਈ ਕਾਮ ਸੈਨ, ਮਾਨ ਚੰਦ, ਇਹ ਵੀ ਬੜੇ ਮਾਨ ਸਹਿਤ ਚੜੇ ਨੇ ਬਰਾਤੇ। ਛਪੈ
ਪਰਮਾਨੰਦ ਜੈ ਰਾਮ ਬਹੁਰ ਚੜ ਚਲਿਓ ਫੇਰੰਦਾ। ਬਾਬਾ ਪਰਮਾਨੰਦ ਜੀ, ਭਾਈਆ ਜੈ ਰਾਮ ਜੀ, ਇਸੇ ਤਰ੍ਹਾਂ ਭਾਈ ਫਰੰਦਾ ਜੀ। ਤਖਤ ਰਾਮ ਜਗ ਰਾਏ ਬਨਿਓ ਸ਼ੁਭ ਅਰਜਨ ਚੰਦਾ। ਤਖਤ ਰਾਮ ਜੀ, ਜਗ ਰਾਏ ਜੀ, ਅਰਜਨ ਚੰਦ ਜੀ, ਇਹ ਵੀ ਬਰਾਤੀ ਹਨ। ਔਰ ਦੀਵਾਨੀ ਮੱਲ ਮੋਹਨ ਮੱਲ ਪਇਓ ਸੁਹਾਈ। ਭਾਈ ਦੀਵਾਨੀ ਮੱਲ ਜੀ, ਭਾਈ ਮੋਹਨ ਮੱਲ ਜੀ, ਬੜੀ ਸ਼ੋਭਨੀਕ ਬਰਾਤ ਦੇ ਵਿੱਚ ਚੜ ਰਹੇ ਨੇ। ਲਖਪਤ ਰਾਏ ਕੁਲੀਨ ਚੜਿਓ ਅਸ ਜਾਦੋ ਰਾਈ। ਭਾਈ ਲਖਪਤ ਰਾਏ ਜੀ, ਇਸੇ ਤਰ੍ਹਾਂ ਭਾਈ ਜਾਦੋ ਰਾਈ ਜੀ ਵੀ ਚੜੇ ਹਨ। ਬੇਦੀ ਪੁਨ ਛਤਰੀ ਅਪਰ ਕੇ ਤਿਕ ਗਿਨੀਏ ਨਾਮ ਤਿਨ। ਬਹੁਤ ਸਾਰੇ ਬੇਦੀ ਤੇ ਛਤਰੀ ਕਿੰਨਿਆਂ ਦੇ ਨਾਮ ਗਿਣ ਕੇ ਦੱਸਾਂ। ਸ਼ੁਭ ਬਾਨੇ ਨੀਕ ਬਨਾਏ ਕੈ ਚਲੇ ਚੰਚਲ ਹੈ ਜਾਨ ਜਿਨ। ਬੜੇ ਸੋਹਣੇ ਸੋਹਣੇ ਬਸਤਰ ਸਰੀਰ ਤੇ ਸ਼ਿੰਗਾਰ ਕੇ ਚੱਲੇ ਨੇ, ਕਿੰਨਿਆਂ ਕੁ ਦੀ ਗਿਣਤੀ ਕਰੀਏ। ਸਵਈਆ ਦਿਸ਼ ਏਕ ਤੋਰੰਗਨ ਚੰਚਲ ਸੁੰਦਰ। ਬਰਾਤ ਚੱਲੀ ਆ, ਇੱਕ ਪਾਸੇ ਚੰਚਲ ਘੋੜੇ ਜਾ ਰਹੇ ਨੇ ਬਰਾਤੀ, ਉਹਨਾਂ ਤੇ ਸਵਾਰ ਨੇ। ਜਾਤ ਕੋ ਦਾਵਤ ਭੂਖਨ ਧਾਰੀ। ਉਹ ਘੋੜਿਆਂ ਨੂੰ ਕੁਦਾਉਂਦੇ ਜਾ ਰਹੇ ਨੇ, ਉਹਨਾਂ ਦੇ ਭੂਸ਼ਣਾਂ ਦੀ ਆਵਾਜ਼ ਆਉਂਦੀ, ਭੂਖਣ ਖੜਕਦੇ ਹਨ। ਦਿਸ਼ ਏਕ ਮਤੰਗ ਅੰਬਾਰਨ ਸੰਗ। ਇੱਕ ਪਾਸੇ ਹਾਥੀ ਜਾ ਰਹੇ ਨੇ, ਉਹਨਾਂ ਤੇ ਅੰਬਾਰੀਆਂ ਪਾਈਆਂ ਹੋਈਆਂ। ਕਰੈ ਜਿਨ ਗੰਡਾ ਹੈ ਭ੍ਰਿੰਗ ਗੁੰਜਾਰੀ। ਉਹਨਾਂ ਦੇ ਕੰਨਾਂ ਦੇ ਕੋਲ ਇੰਨੇ ਮਸਤ ਨੇ ਹਾਥੀ ਵੀ, ਕੰਨਾਂ ਦੇ ਕੋਲ ਭੌਰੇ ਮੰਡਰਾਉਂਦੇ ਐ। ਦਿਸ਼ ਏਕ ਚਲੇ ਸ਼ਿਵ ਕਾ ਰਥ ਪੰਗਤ। ਇੱਕ ਪਾਸੇ ਰਥਾਂ ਚੱਲ ਰਹੀਆਂ ਹਨ। बीच बेराज है बाहज चारी। ਇੱਕ ਪਾਸੇ ਪਾਲਕੀਆਂ ਜਾ ਰਹੀਆਂ ਨੇ, ਵਿੱਚ ਜਿੰਨੇ ਖੱਤਰੀ ਬੇਦੀ ਨੇ ਬੈਠੇ ਨੇ। ਦਿਸ਼ ਏਕ ਤੁਖਾਰ ਚਲੇ ਸਕਟੇ। ਇੱਕ ਪਾਸੇ ਗੱਡੇ ਤੇ ਬਲਦ, ਗੱਡੇ ਤੇ ਜਿਹੜੇ ਊਂਠ ਨੇ ਉਹ ਜਾ ਰਹੇ ਨੇ, ਜਿਨ੍ਹਾਂ ਤੇ ਭਾਰ ਲੱਦਿਆ ਹੋਇਆ ਹੈ। ਗਮਲੇ ਮਗ ਹੋਤ ਕੋਲਾਹਲ ਭਾਰੀ। ਰਸਤੇ 'ਚ ਜਾ ਰਹੇ ਨੇ, ਬੜਾ ਕੋਲਾਹਲ ਹੋ ਰਿਹਾ ਹੈ। ਬਾਜਤ ਢੋਲ ਦਮਾਮੇ ਵੱਡੇ। ਨਗਾਰੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ। ਤੁਰਰੀ ਡਫ ਸੋ ਮੁਰਲੀ ਕਰਨਾਈ। ਮੁਰਲੀਆਂ ਵੱਜ ਰਹੀਆਂ ਨੇ, ਤੁਰਰੀਆਂ ਵੱਜ ਰਹੀਆਂ ਨੇ, ਨਸ ਤਰੰਗ ਵੱਜ ਰਹੇ ਨੇ। ਝਾਂਜਰ ਪੂਰ ਨਫੀਰ ਬਜੇ। ਝਾਂਜਰਾਂ ਨਫੀਰੀਆਂ ਵੱਜ ਰਹੀਆਂ ਹਨ। ਮੁਖ ਬਾਤ ਕਹੀ ਨਹਿ ਦੇਤ ਸੁਨਾਈ। ਉਹ ਕਈ ਗੱਲ ਆਪਣੇ ਕੰਨਾਂ ਨੂੰ ਨਹੀਂ ਸੁਣਾਈ ਦਿੰਦੀ, ਇੰਨੇ ਸਾਜ਼ ਵੱਜੇ ਨੇ। ਰੰਗ ਅਨੇਕਨ ਕੇਰ ਪਤਕਨ। ਕਹਿੰਦੇ ਅਨੇਕ ਰੰਗਾਂ ਦੇ ਤਾਂ ਨਾਲ ਜਿਹੜੇ ਝੰਡੇ ਨੇ ਉਹ ਹੀ ਸ਼ੋਭ ਰਹੇ ਨੇ। ਚਾਹੇ ਲੀਏ ਸਭ ਆਗੇ ਹੀ ਤਾਈ। ਕਹਿੰਦੇ ਲੈ ਕੇ ਸਭ ਅੱਗੇ ਅੱਗੇ ਦੌੜੇ ਜਾਂਦੇ ਹਨ। ਮੰਗਲ ਭਵਨ ਪਏ ਸ਼ੁਭ ਸੋਨ। ਕਹਿੰਦੇ ਬੜੇ ਸੋਹਣੇ ਮੰਗਲ ਤੇ ਬੜੇ ਸੋਹਣੇ ਸ਼ਗਨ ਹੋ ਰਹੇ ਨੇ। ਸਮੈ ਸਭ ਗੌਨ ਕੇ ਦਿਨੇ ਦਿਖਾਈ। ਕਹਿੰਦੇ ਸਾਰੇ ਸ਼ੁਭ ਸ਼ਗਨ ਹੀ, ਕਿਉਂਕਿ ਸ਼ੁਭ ਸ਼ਗਨਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜਾ ਰਹੇ ਨੇ। ਲੋਕ ਮੰਨਦੇ ਆ ਵੀ ਆਹ ਸ਼ੁਭ ਸ਼ਗਨ ਹੁੰਦੇ ਆ, ਲੋਕਾਂ ਦਾ ਮੰਨਣਾ, ਗੁਰਮਤਿ ਨਹੀਂ ਮੰਨਦੀ। ਲੋਕ ਕਹਿੰਦੇ ਆ ਮਾੜੇ ਸ਼ਗਨ ਨੇ, ਆ ਸ਼ੁਭ ਸ਼ਗਨ ਨੇ। ਕਹਿੰਦੇ ਲੋਕ ਜਿਹੜੇ ਸ਼ੁਭ ਸ਼ਗਨ ਮੰਨਦੇ ਨੇ ਉਹ ਸਭ ਉੱਥੇ ਹੋ ਰਹੇ ਨੇ। ਕੀ ਕੀ ਹੋ ਰਿਹਾ ਦੱਸਦੇ ਨੇ। ਦੋ ਘਟ ਨਾਰ ਸੁਹਾਗਣ ਲੈ। ਕਹਿੰਦੇ ਦੋ ਘੜੇ ਪਾਣੀ ਦੇ ਭਰੇ ਹੋਏ ਸਿਰਾਂ ਤੇ ਦੋ ਸੁਹਾਗਣਾ ਟੁਰੀਆਂ ਆਉਂਦੀਆਂ। ਲੋਕ ਕਹਿੰਦੇ ਆ ਵੀ ਸ਼ੁਭ ਸ਼ਗਨ ਹੁੰਦੇ ਆ, ਗੁਰਮਤਿ ਨਹੀਂ ਮੰਨਦੀ। ਪਰ ਮਾਂ ਕਵੀ ਜੀ ਕਹਿੰਦੇ ਆ ਵੀ ਜਿਹੜੇ ਲੋਕ ਮੰਨਦੇ ਆ ਉਹ ਸਭ ਹੋ ਰਹੇ ਨੇ ਉੱਥੇ। ਕਹਿੰਦੇ ਦੋ ਇਸਤਰੀਆਂ ਜਿਨ੍ਹਾਂ ਨੇ ਸਿਰਾਂ ਤੇ ਪਾਣੀ ਦੇ ਘੜੇ ਭਰੇ ਹੋਏ ਸੁਹਾਗਣਾ ਟੁਰੀਆਂ ਆਉਂਦੀਆਂ। ਤਹਿਆਨ ਮਿਲੀ ਜਹ ਸ਼੍ਰੀ ਜਗ ਸਾਈ। ਜਿੱਥੇ ਜਗਤ ਸਾਈਂ ਦੀ ਬਰਾਤ ਜਾ ਰਹੀ ਉੱਥੇ ਆਣ ਮਿਲੀਆਂ। ਖੇਲ ਸੁਹਾਵਨ ਬਾਇਸ ਦਾਹਨ। ਕਹਿੰਦੇ ਸੱਜੇ ਪਾਸਿਓਂ ਬਾਇਸ ਕਾਂ ਉੱਡਦਿਆਂ ਦੀ ਉਡਾਰੀ ਆਈ। ਧਾਏ ਪਲੇ ਮ੍ਰਿਗ ਮਲ ਹੈ ਆਈ। ਫਿਰ ਮ੍ਰਿਗ ਮਾਲਾ, ਜੇ ਮਿਰਗ ਕਹਿੰਦੇ ਆ ਹਿਰਨਾਂ ਦੀ ਡਾਰ, ਉਹ ਇੱਕਦਮ ਲੰਘ ਕੇ ਆਈ ਖੱਬੇ ਪਾਸਿਓਂ। ਫੇਰਤ ਹੈ ਨਕੁਲਾ ਸਭ ਈ। ਕਹਿੰਦੇ ਸਾਰੇ ਸ਼ੁਭ ਸ਼ਗਨ ਦਿਸਦੇ ਨੇ। ਸੁਰਬੀ ਹੋਏ ਸਾਮੋਹੇ ਖੀਰ ਪਿਆਈ। ਗਊ ਬਛੜੇ ਨੂੰ ਦੁੱਧ ਪਿਲਾ ਰਹੀ ਆ, ਉਹ ਵੀ ਨਜ਼ਰ ਆ ਰਹੀ ਹੈ। ਸੁੰਦਰ ਬੰਦ ਸਮੀਰ ਬਹੀ। ਹਵਾ ਪਿਛਲੇ ਪਾਸਿਓਂ ਚੱਲੀ ਆ ਮਿੱਠੀ ਮਿੱਠੀ। ਅਵਲੋਕ ਬਰਾਤ ਰਹੀ ਹਰ ਖਾਈ। ਬਰਾਤ ਵੇਖ ਕੇ ਸਾਰੇ ਖੁਸ਼ੀ ਨੇ, ਖੇੜੇ ਵਿੱਚ ਭਰੇ ਹੋਏ ਨੇ। ਸੋਰਠਾ ਚਲੇ ਪਰਮ ਸੁਖ ਪਾਏ। ਬਾਜਹ ਘੰਟੇ ਗਜਨ ਕੇ। ਕਹਿੰਦੇ ਏਦਾਂ ਚੱਲੀ ਆ ਬਰਾਤ ਤੇ ਹਾਥੀਆਂ ਦੇ ਗਲਾਂ ਦੇ ਵਿੱਚ ਪਾਏ ਜਿਹੜੇ ਕੜਿਆਲ ਨੇ ਖੜਕਦੇ ਨੇ। ਘੁੰਗਰੂ ਛਰਨਨ ਲਾਏ। ਰਾਜਹ ਰਥ ਸਾਜਹ ਤੁਰੰਗ। ਬਲਦਾਂ ਦੇ ਪੈਰਾਂ 'ਚ ਝਾਂਜਰਾਂ ਪਾਈਆਂ ਹੁੰਦੀਆਂ ਸਨ, ਉਹ ਖੜਕਦੀਆਂ ਨੇ।
ਊਂਠਾਂ ਦੇ ਗਲਾਂ ਵਿੱਚ ਟੱਲੀਆਂ ਬੱਧੀਆਂ ਉਹ ਖੜਕਦੀਆਂ ਹਨ। ਦੋਹਰਾ ਮੁਝ ਕੋ ਰਾਖਿਓ ਸੰਗ ਨਿਜ ਖਰਚ ਪ੍ਰਿਥ ਕਛ ਦੇਓ। ਭਾਈ ਬਾਲਾ ਜੀ ਇਹ ਸਾਰਾ ਵਿਆਹ ਨਾਲ ਹੋ ਕੇ ਵੇਖ ਕੇ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਨਾਲ ਰੱਖਿਆ। ਕਹਿੰਦੇ ਬਾਲਿਆ ਤੂੰ ਨਾਲ ਨਹੀਂ, ਕਹਿੰਦੇ ਮੈਨੂੰ ਥੋੜਾ ਜਿਹਾ ਖਰਚਾ ਉਹਨਾਂ ਨੇ ਵੱਖਰਾ ਦੇ ਦਿੱਤਾ ਵੀ ਜਿੱਥੇ ਲੋੜ ਹੋਵੇ ਉੱਥੇ ਤੂੰ ਆਪ ਵਰਤ ਲਈ। ਸੁਣੀਏ ਸ਼੍ਰੀ ਅੰਗਦ ਗੁਰੂ ਕਥਾ ਸਾਰ ਰਸ ਲਿਓ। ਇਹ ਗੁਰੂ ਅੰਗਦ ਸਾਹਿਬ ਜੀ ਸੁਣੋ, ਇਹ ਸਾਰ ਕਥਾ ਹੈ, ਇਹ ਅੰਮ੍ਰਿਤ ਰਸ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਦੀ। ਆਪ ਜੀ ਸੁਣੋ। ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕੰਢੇ ਪਹੁੰਚੇ ਐ। ਬਰਾਤ ਦਾ ਟੁਕਾਓ ਜਿਵੇਂ ਬਟਾਲੇ ਨਗਰ ਵਿੱਚ ਹੋ ਰਿਹਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਹੋ ਰਿਹਾ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਜੀ ਦੇ ਦਰ ਘਰ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ ਕਿ 8 ਦਸੰਬਰ ਨੂੰ ਮੱਘਰ ਸੁਦੀ ਪੰਚਮੀ ਦਾ ਦਿਨ ਹੈ, ਜਿਸ ਦਿਨ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਔਰ ਧਰਮ ਦੀ ਰੱਖਿਆ ਕੀਤੀ। ਐਸੇ ਗਰੀਬ ਨਵਾਜ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹਰ ਸਾਲ ਵਾਂਗੂ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਜੋ ਸਾਲਾਨਾ ਨਗਰ ਕੀਰਤਨ ਹੁੰਦੇ ਆਪ ਸਾਰੀ ਸੰਗਤ ਨੂੰ ਭਲੀ ਪ੍ਰਕਾਰ ਨਾਲ ਵਿਦਤ ਹੀ ਹੈ। 7 ਦਸੰਬਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਸਵੇਰੇ 10 ਵਜੇ ਨਗਰ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਚੋਂ ਅਰਦਾਸ ਬੇਨਤੀ ਕਰਕੇ ਮਹਾਰਾਜ ਜੀ ਦੀ ਅਗਵਾਈ ਵਿੱਚ ਆਰੰਭ ਹੋਣਗੇ, ਜੋ ਸ਼ਹਿਰ ਦੇ ਬਾਜ਼ਾਰਾਂ ਚੋਂ ਹੁੰਦਿਆਂ ਸ਼ਾਮ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ। ਉਪਰੰਤ 7 ਤਰੀਕ ਨੂੰ ਹੀ ਰਾਤ ਨੂੰ ਤਕਰੀਬਨ 7 ਵਜੇ ਤੋਂ ਲੈ ਕੇ ਸਾਰੀ ਰਾਤ ਹੀ ਮਹਾਰਾਜ ਜੀ ਦਾ ਜਸ ਹੁੰਦਾ ਹੈ। ਪੰਥ ਦੇ ਪ੍ਰਸਿੱਧ ਕਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਸਿਫਤਾਂ ਗਾਵਣਗੇ। ਕਵੀ ਦਰਬਾਰ ਹੋਣਗੇ 7 ਦਸੰਬਰ ਨੂੰ। ਔਰ 8 ਤਰੀਕ ਨੂੰ ਸਵੇਰੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰਾ ਦਿਨ ਢਾਡੀ ਦਰਬਾਰ ਹੋਵੇਗਾ। ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ ਦਰਬਾਰ ਸਾਹਿਬ ਜੀ ਦੇ ਸਿੰਘ ਸਹਿਬਾਨ ਹੋਰ ਪੰਥ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 7 ਤਰੀਕ ਦੇ ਨਗਰ ਕੀਰਤਨ ਵਿੱਚ ਔਰ 8 ਤਰੀਕ ਦੇ ਮਹਾਰਾਜ ਜੀ ਦੇ ਸਮਾਗਮਾਂ ਵਿੱਚ ਆਪ ਜੀ ਆਪਣੀਆਂ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਆਪਣੀ ਭਾਵਨਾ ਤੇ ਸਤਿਕਾਰ ਭੇਟ ਕਰੋ ਔਰ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੁਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ
ਅਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਗੁਣ ਗਾਨੇ ਉਦਾਰ ਮਹਿਮਾ ਅਪਾਰ। ਆਸਨ ਅਭੰਗ ਉਪਮਾ ਅਨੰਗ। ਰਾਜਨ ਮੈਂ ਤੂੰ ਰਾਜਾ ਕਹਿ। ਭੂਮਨ ਮੈਂ ਭੂਮਾ। ठाकुर में ठकुराई तेरी। कौमन सिर कौमा। पिता मेरा बड़ो तले अगमा। उस्तत कब न करी जय करते। पेक रहे बिस्मा। आनंद गुण विधान
गुरु गरीब नवाज, गरीब नवाज, गरीब नवाज। अति सुंदर मनमोहन प्यारे, अति सुंदर मनमोहन प्यारे, अति सुंदर मनमोहन प्यारे, मनमोहन प्यारे, अति सुंदर मनमोहन प्यारे। सब हूँ मद निरारे, सब हूँ मद निरारे। अति सुंदर मनमोहन प्यारे, अति सुंदर मनमोहन प्यारे, अति सुंदर मनमोहन प्यारे। सब हूँ मद निरारे, सब हूँ मद निरारे। अति सुंदर मनमोहन प्यारे, अति सुंदर मनमोहन प्यारे, अति सुंदर मनमोहन प्यारे।